ਸ਼ਮਾਦਾਨ। ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਦਾ ਪਿਆਰ ਨਾਲ ਅਸੀਂ ਸਵਾਗਤ ਕਰਦੇ ਹਾਂ ਜੀ। ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਸਾਰਿਆਂ ਨੂੰ। ਤੁਸੀਂ ਲਾਈਵ ਜੁੜ ਚੁੱਕੇ ਹੋ ਜੀ ਬਠਿੰਡਾ ਸਟੂਡੀਓ ਤੋਂ, ਅਤੇ ਅੱਜ ਦਿਨ ਹੈ ਜੀ ਵੀਰਵਾਰ ਦਾ, ਅਤੇ ਤਰੀਕ ਹੈ 26 ਮਈ। ਅਤੇ ਪ੍ਰੋਗਰਾਮ ਦੇ ਸਾਡੇ ਨਾਲ ਪਹਿਲੇ ਹਿੱਸੇ ਦੇ ਵਿੱਚ ਜੁੜਨਗੇ ਜੀ ਸੀਨੀਅਰ ਪੱਤਰਕਾਰ ਸਰਦਾਰ ਬਖਤੌਰ ਸਿੰਘ ਢਿੱਲੋਂ, ਅਤੇ ਢਿੱਲੋਂ ਸਾਹਿਬ ਸਾਡੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਨੇ। ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ। ਸਤਿ ਸ੍ਰੀ ਅਕਾਲ ਜਸਪ੍ਰੀਤ ਜੀ। ਸੋ ਢਿੱਲੋਂ ਸਾਹਿਬ, ਅੱਜ ਆਪਾਂ ਖਬਰਾਂ ਦੇ ਉੱਤੇ ਚਰਚਾ ਕਰਨੀਆਂ ਨੇ। ਅੱਜ ਦੇ ਮੁੱਦੇ ਬੜੇ ਵਿਸ਼ੇਸ਼ ਨੇ, ਖਾਸ ਕਰਕੇ ਰਾਜਨੀਤੀ ਨੂੰ ਲੈ ਕੇ ਵੀ ਕੁਝ ਵੱਡੀਆਂ ਖਬਰਾਂ ਨੇ, ਅਤੇ ਉਹਦੇ ਵਿੱਚੋਂ ਇੱਕ ਜਿਹੜੀ ਪਹਿਲੀ ਖਬਰ ਹੈ ਜਿਸ ਚੀਜ਼ ਦਾ ਕਈ ਦਿਨਾਂ ਤੋਂ ਪਿਛਲੇ ਲਗਾਤਾਰ ਇੰਤਜ਼ਾਰ ਕੀਤਾ ਜਾ ਰਿਹਾ ਸੀ, ਉਹ ਸੀ ਸੰਗਰੂਰ ਦੀ ਲੋਕ ਸਭਾ ਦੀ ਜ਼ਿਮਨੀ ਚੋਣ। ਅਤੇ ਸੰਗਰੂਰ ਦੀ ਜ਼ਿਮਨੀ ਚੋਣ ਸੀ ਜਿਹੜੀ ਇਹ ਲੋਕ ਸਭਾ ਵਾਲੀ, ਉਸ ਦਾ ਐਲਾਨ ਹੋ ਗਿਆ ਜੀ, ਅਤੇ 23 ਜੂਨ ਨੂੰ ਹੋਣੀ ਹੈ ਇਹ ਜਿਹੜੀ ਜ਼ਿਮਨੀ ਚੋਣ ਹੈ, ਜਿੱਥੇ ਇਹ ਪੰਜਾਬ ਦੀ ਸੱਤਾ ਦੇ ਉੱਤੇ ਰਾਜ ਕਰ ਰਹੀ ਆਮ ਆਦਮੀ ਪਾਰਟੀ ਦੇ ਲਈ ਬੜੀ ਹੀ ਜਿਹੜੀ ਹੈ ਇੱਕ ਵਿਸ਼ੇਸ਼ ਚੋਣ ਹੈ। ਉੱਥੇ ਹੀ ਬਾਕੀ ਸਾਰੀਆਂ ਪਾਰਟੀਆਂ ਦਾ ਵੀ ਦਾਅ 'ਤੇ ਲੱਗਿਆ ਹੋਏਗਾ ਜੀ ਸਾਰਾ ਕੁਛ। ਸੋ ਕਿਵੇਂ ਦੇਖਦੇ ਹੋ ਜੀ ਇਸ ਜ਼ਿਮਨੀ ਚੋਣ ਨੂੰ? ਦੇਖੋ, ਗੱਲ ਇਹ ਹੈ ਵੀ ਸੰਗਰੂਰ ਲੋਕ ਸਭਾ ਹਲਕੇ ਤੋਂ ਲਗਾਤਾਰ 2 ਵਾਰੀ ਸਰਦਾਰ ਭਗਵੰਤ ਸਿੰਘ ਮਾਨ ਪਿਛਲੇ 8 ਸਾਲਾਂ ਤੋਂ ਜੀ ਪਾਰਲੀਮੈਂਟ ਦੇ ਮੈਂਬਰ ਤੁਰੇ ਆਉਂਦੇ ਸੀ। 8 ਸਾਲਾਂ ਤੋਂ ਮੈਂ ਇਸ ਕਰਕੇ ਕਹਿ ਦਿੱਤਾ ਹੈ ਕਿਉਂਕਿ ਅੱਜ ਦੇਸ਼ ਦੀ ਬਾਗਡੋਰ ਸੰਭਾਲਿਆ ਨੂੰ ਨਰਿੰਦਰ ਮੋਦੀ ਨੂੰ ਵੀ 8 ਸਾਲ ਪੂਰੇ ਹੋ ਚੁੱਕੇ। ਬਿਲਕੁਲ ਜੀ 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 2014 ਦੇ ਵਿੱਚ ਲੋਕ ਸਭਾ ਦੀ ਚੋਣ ਹੁੰਦੀ ਹੈ, ਅਤੇ ਉਸੇ ਚੋਣ ਦੇ ਵਿੱਚ ਭਗਵੰਤ ਸਿੰਘ ਮਾਨ ਹੋਰੀ ਪਹਿਲੀ ਵਾਰੀ ਪਾਰਲੀਮੈਂਟ ਦੇ ਮੈਂਬਰ ਚੁਣੇ ਗਏ ਹੈ। ਉਸ ਵੇਲੇ ਪਾਰਲੀਮੈਂਟ ਦੇ ਮੈਂਬਰ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਤਾਂ ਆਮ ਆਦਮੀ ਪਾਰਟੀ ਦੇ 4 ਸੀ, ਔਰ ਉਹ ਚਾਰੇ ਦੇ ਚਾਰੇ ਹੀ ਪੰਜਾਬ ਤੋਂ ਚੁਣੇ ਗਏ ਸੀ। ਬਿਲਕੁਲ ਜੀ। ਲੇਕਿਨ 2017 ਦੀ ਜਿਹੜੀ ਵਿਧਾਨ ਸਭਾ ਦੀ ਚੋਣ ਹੁੰਦੀ ਹੈ, ਉਦੋਂ ਤੱਕ ਆਮ ਆਦਮੀ ਪਾਰਟੀ ਦਾ ਪਾਣੀ ਥੱਲੇ ਲੈ ਗਿਆ ਸੀ, ਔਰ ਆਮ ਆਦਮੀ ਪਾਰਟੀ 20 ਸੀਟਾਂ ਤੱਕ ਸਿਮਟ ਕੇ ਰਹਿ ਗਈ ਸੀ। ਫਿਰ 2019 ਦੇ ਵਿੱਚ ਦੁਬਾਰਾ ਚੋਣ ਹੁੰਦੀ ਹੈ, ਅਤੇ ਸਰਦਾਰ ਭਗਵੰਤ ਸਿੰਘ ਮਾਨ ਆਪਣੀ ਸੀਟ ਬਰਕਰਾਰ ਰੱਖਣ ਦੇ ਵਿੱਚ ਕਾਮਯਾਬ ਰਹੇ। ਭਾਵ ਇਹ ਕਿ ਉਹ ਦੁਬਾਰਾ ਫਿਰ ਜਿੱਤ ਗਏ, ਔਰ ਪਾਰਲੀਮੈਂਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਿਰਫ ਤੇ ਸਿਰਫ ਇੱਕੋ ਪਾਰਲੀਮੈਂਟ ਦੇ ਮੈਂਬਰ ਸੀ ਜੀ। ਫਿਰ ਆਉਂਦੀ ਹੈ 2022 ਦੀ ਵਿਧਾਨ ਸਭਾ ਦੀ ਚੋਣ। 2022 ਦੀ ਵਿਧਾਨ ਸਭਾ ਦੀ ਚੋਣ ਦੇ ਵਿੱਚ ਭਗਵੰਤ ਸਿੰਘ ਮਾਨ ਨੂੰ ਚਿਹਰਾ ਐਲਾਨ ਦਿੱਤਾ ਜਾਂਦਾ ਹੈ ਮੁੱਖ ਮੰਤਰੀ ਵਜੋਂ ਆਮ ਆਦਮੀ ਪਾਰਟੀ ਦਾ। ਉਹਨਾਂ ਦੀ ਅਗਵਾਈ ਹੇਠ ਚੋਣ ਲੜੀ ਜਾਂਦੀ ਹੈ, ਔਰ 117 ਦੇ ਵਿੱਚੋਂ 92 ਸੀਟਾਂ ਇਹਨਾਂ ਦੇ ਹਿੱਸੇ ਆ ਜਾਂਦੀਆਂ ਆਮ ਆਦਮੀ ਪਾਰਟੀ ਵਾਲਿਆਂ ਦੇ, ਅਤੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਲੀਡਰ ਚੁਣ ਲਿਆ ਜਾਂਦਾ ਆਮ ਆਦਮੀ ਪਾਰਟੀ ਦੇ ਪਾਰਲੀਮੈਂਟਰੀ ਗਰੁੱਪ ਦਾ। ਜੀ ਨਿਯਮ ਇਹ ਹੈ ਕਿ ਇੱਕ ਵਿਅਕਤੀ ਇੱਕੋ ਹੀ ਹਾਊਸ ਦੇ ਲਈ ਮੈਂਬਰ ਰਹਿ ਸਕਦਾ ਹੈ। ਜੀ ਉਹ ਰਾਜ ਸਭਾ ਹੋਵੇ, ਉਹ ਲੋਕ ਸਭਾ ਹੋਵੇ, ਚਾਹੇ ਉਹ ਵਿਧਾਨ ਸਭਾ ਹੋਵੇ। ਸੋ ਕਿਉਂਕਿ ਭਗਵੰਤ ਸਿੰਘ ਮਾਨ ਪਾਰਲੀਮੈਂਟ ਦਾ ਮੈਂਬਰ ਵੀ ਸੀ, ਅਸੈਂਬਲੀ ਲਈ ਵੀ ਚੁਣਿਆ ਗਿਆ, ਪਰ ਇੱਧਰ ਮੁੱਖ ਮੰਤਰੀ ਬਣਨਾ ਸੀ, ਇਸ ਲਈ ਉਹਨਾਂ ਨੇ ਮਾਰਚ ਮਹੀਨੇ ਦੇ ਵਿੱਚ ਅਸਤੀਫਾ ਦੇ ਦਿੱਤਾ ਸੀ ਲੋਕ ਸਭਾ ਤੋਂ। ਉਦੋਂ ਤੁਰੰਤ ਬਾਅਦ ਇਹਨਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਸੀ, ਔਰ ਇਹ ਸੀਟ ਖਾਲੀ ਹੈ। ਵੈਸੇ ਮੈਨੂੰ ਨਹੀਂ ਉਮੀਦ ਸੀ ਕਿ ਇਹ ਇਲੈਕਸ਼ਨ ਇੰਨੀ ਜਲਦੀ ਆ ਜਾਊਗਾ। ਜਾਪਦਾ ਇਹ ਸੀ ਕਿ ਸ਼ਾਇਦ ਇਹ ਇਲੈਕਸ਼ਨ ਜਿਹੜਾ ਹੈਗਾ ਅਗਸਤ ਵਗੈਰਾ ਦੇ ਨੇੜੇ ਤੇੜੇ ਆਵੇ, ਲੇਟ ਹੋਵੇ, ਜੁਲਾਈ ਅਗਸਤ ਤੋਂ ਬਾਅਦ, ਮਤਲਬ ਸਤੰਬਰ 'ਚ ਵੀ ਆ ਸਕਦਾ। ਲੇਕਿਨ ਅਚਨਚੇਤ ਕੱਲ੍ਹ ਜਦੋਂ ਇਹ ਖਬਰ ਆ ਗਈ ਕਿ 23 ਜੂਨ ਨੂੰ ਹੀ ਇਲੈਕਸ਼ਨ ਹੋਣੀ ਹੈ, ਅਤੇ ਤੁਸੀਂ ਦੇਖੋ ਕਿੰਨੇ ਦਿਨ ਰਹਿ ਗਏ ਵੋਟਾਂ ਪੈਣ 'ਚ। ਜੀ ਅੱਜ ਹੈ 26, ਅਤੇ ਮਈ ਦਾ ਮਹੀਨਾ ਮੇਰਾ ਖਿਆਲ ਹੈ 30 ਦਾ ਕਿ 31 ਦਾ, 5 ਕੁ ਦਿਨ ਇਹ ਰਹਿ ਗਏ, 23 ਕੁ ਦਿਨ ਉਹ ਹੈ, 28 ਕੁ ਦਿਨ ਹੈਗੇ, 26 27 ਦਿਨ ਹੀ ਕਹਿ ਸਕਦੇ ਆਪਾਂ, ਕਿਉਂਕਿ 2 ਕੁ ਦਿਨ ਪਹਿਲਾਂ ਪ੍ਰਚਾਰ ਬੰਦ ਹੋ ਜਾਂਦਾ, 24 ਘੰਟੇ ਪਹਿਲਾਂ, ਔਰ ਇਹਨਾਂ ਦੇ ਕੋਲੇ ਪ੍ਰਚਾਰ ਪ੍ਰਸਾਰ ਵਾਸਤੇ ਇੰਨਾ ਕੁ ਸਮਾਂ ਰਹਿ ਗਿਆ। ਹੁਣ ਇਹਦੇ ਵਿੱਚ ਹੋਊਗਾ ਕੀ? ਦੇਖਣ ਵਾਲੀ ਗੱਲ ਇਹ ਪਾਰਟੀਆਂ ਕਿਹੜੀਆਂ ਜੀ। ਆਮ ਆਦਮੀ ਪਾਰਟੀ ਦੀ ਹਕੂਮਤ ਹੈ, ਅਤੇ ਹਕੂਮਤ ਬਣੀ ਨੂੰ ਮਹੀਨੇ ਸਾਰੇ 2.5 ਕੀ ਹੋਏ, ਉਹਨਾਂ ਦਾ ਹਜੇ ਤੱਕ ਕਾਫੀ ਜਿਹੜਾ ਹੈਗਾ ਚੜ੍ਹਾਅ ਹੈ। ਅਤੇ ਨਾਲ ਆਪਾਂ ਜੇ ਦੇਖੀਏ ਤਾਂ ਜਿਹੜਾ ਹੈਲਥ ਮਿਨਿਸਟਰ ਸੀ ਵਿਜੇ ਸਿੰਗਲਾ, ਜਿਸ ਢੰਗ ਨਾਲ ਕਰਪਸ਼ਨ ਦੇ ਇਲਜ਼ਾਮਾਂ ਦੇ ਤਹਿਤ ਉਸ ਬੰਦੇ ਨੂੰ ਬਰਖਾਸਤ ਕੀਤਾ ਗਿਆ, ਅਤੇ ਬਰਖਾਸਤ ਕਰਨ ਦੇ ਨਾਲ ਨਾਲ ਉਹਦੇ ਖਿਲਾਫ ਮੁਕੱਦਮਾ ਦਰਜ ਕੀਤਾ, ਅਤੇ ਉਹਦੀ ਗ੍ਰਿਫਤਾਰੀ ਹੁੰਦੀ ਹੈ, ਨਾਲ ਉਹਦੇ ਭਾਂਜੇ ਦੀ ਵੀ ਗ੍ਰਿਫਤਾਰੀ ਹੁੰਦੀ ਹੈ। ਇਸ ਗੱਲ ਦਾ ਬੈਨੀਫਿਟ ਵੀ ਆਮ ਆਦਮੀ ਪਾਰਟੀ ਨੂੰ ਮਿਲੂਗਾ। ਸੋ ਇਸ ਵੇਲੇ ਜੇ ਦੇਖੀਏ
ਆਪਾਂ ਤਾਂ ਆਮ ਆਦਮੀ ਪਾਰਟੀ ਚੜ੍ਹਾਈ 'ਚ ਲੱਗਦੀ ਹੈ। ਮੁਕਾਬਲਾ ਕਿਹਦੇ ਨਾਲ ਹੋਣਾ ਹੈ? ਅਕਾਲੀ ਦਲ ਬਹੁਤ ਕਮਜ਼ੋਰ ਹੋ ਚੁੱਕਾ ਹੈ ਜੀ। ਅਕਾਲੀ ਦਲ ਨੇ ਹਾਲੇ ਤੱਕ ਆਪਣੇ ਕਿਸੇ ਕੈਂਡੀਡੇਟ ਦਾ ਨਾਮ ਮੇਰਾ ਖਿਆਲ ਹੈ ਵਿਚਾਰਿਆ ਵੀ ਨਹੀਂ ਹੋਣਾ ਕਿ ਚੋਣਾਂ ਉੱਪਰ ਆ ਗਈਆਂ। ਦੂਜੇ ਪਾਸੇ ਜਿਹੜੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਆ ਸਰਦਾਰ ਸਿਮਰਜੀਤ ਸਿੰਘ ਮਾਨ, ਉਹ ਸੰਗਰੂਰ ਤੋਂ ਪਹਿਲਾਂ ਵੀ ਪਾਰਲੀਮੈਂਟ ਦੇ ਮੈਂਬਰ ਰਹੇ ਹੈ ਔਰ ਉਹਨਾਂ ਨੇ ਆਪਣੀ ਕੈਂਡੀਡੇਚਰ ਐਲਾਨਤੀ ਹੈ। ਉਹਨਾਂ ਨੇ ਐਲਾਨ ਕਰਤਾ ਕਿ ਮੈਂ ਇਹ ਚੋਣ ਲੜੂੰਗਾ ਜੀ। ਔਰ ਨਾਲ ਹੀ ਉਹਨਾਂ ਨੇ ਅਪੀਲ ਕੀਤੀ ਹੈ ਬਾਕੀ ਪੰਥਕ ਧਿਰਾਂ ਨੂੰ ਕਿ ਉਹ ਵੀ ਇਸ ਮਾਮਲੇ ਦੇ ਵਿੱਚ ਮੇਰਾ ਸਾਥ ਦੇਣ। ਤੇ ਮਾਨ ਸਾਹਿਬ ਨੇ ਫਿਰ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਕਹੀ ਵੀ ਹੈ ਵੀ ਕਿਉਂਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਜਿਹੜੇ 5 ਰਾਜ ਸਭਾ 'ਚ ਮੈਂਬਰ ਭੇਜੇ ਹੈ, ਉਹਨਾਂ 5 ਦੇ ਵਿੱਚੋਂ 2 ਤਾਂ ਪਹਿਲਾਂ ਹੀ ਬਾਹਰ ਲਏ ਹੈ। ਸੰਦੀਪ ਪਾਠਕ ਤੇ ਰਾਘਵ ਚੱਡਾ, ਉਹ ਤਾਂ ਦਿੱਲੀ ਦੇ ਜਾਂ ਬਾਹਰ ਕਿਸੇ ਹੋਰ ਸਟੇਟ ਦੇ ਰਹਿਣ ਵਾਲੇ ਹੈ। 2 ਜਿਹੜੇ ਹੈਗੇ ਆ ਵਪਾਰੀ ਹੈ, ਇੱਕ ਲਵਲੀ ਯੂਨੀਵਰਸਿਟੀ ਦਾ ਮਾਲਕ ਹੈ ਤੇ ਦੂਜਾ ਜਿਹੜਾ ਇੱਕ ਹੋਰ ਕਾਰੋਬਾਰੀ ਹੈ। ਇਹ 4 ਹੋ ਗਏ। 5ਵਾਂ ਜਿਹੜਾ ਹੈਗਾ ਉਹ ਹਰਭਜਨ ਸਿੰਘ ਕ੍ਰਿਕਟਰ ਹੈ। ਉਹ ਵੀ ਬਹੁਤਾ ਆਪਣੇ ਕ੍ਰਿਕਟ ਵਾਲੇ ਮਾਮਲੇ 'ਚ ਵੀ ਉਲਝਿਆ ਰਹਿੰਦਾ ਹੈ। ਉਹਦੇ ਕੋਲੇ ਪੰਜਾਬ ਦੇ ਮਾਮਲੇ ਉਠਾਉਣ ਦਾ ਕੋਈ ਮਤਲਬ ਜਿਹੜਾ ਹੈਗਾ ਵਕਤ ਨਹੀਂ ਹੈ, ਨਾ ਉਹ ਉਠਾ ਸਕਦਾ ਹੈ। ਤੇ ਬਾਕੀ 4 ਦੀ ਗੱਲ ਕਰ ਲਈਏ ਆਪਾਂ, ਜਿਹੜੇ ਬਾਹਰਲੇ ਹੈ ਉਹਨਾਂ ਨੂੰ ਪੰਜਾਬ ਦੇ ਹਿੱਤਾਂ ਦੇ ਨਾਲ ਲਾਗਾ ਦੇਗਾ ਕੋਈ ਨਹੀਂ। ਤੇ ਜੇ ਅਸੀਂ ਦੇਖੀਏ ਜਿਹੜੇ ਪੰਜਾਬ ਦੇ 2 ਵਪਾਰੀ ਹੈ ਤੇ ਵਪਾਰੀਆਂ ਦੀ ਇਹ ਜ਼ਰੂਰਤ ਹੀ ਹੈ ਨਹੀਂ ਕਿ ਵਪਾਰੀ ਜਿਹੜੇ ਹੈਗੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ, ਕਿਉਂਕਿ ਜੇ ਉਹ ਅਜਿਹਾ ਕਰਨਗੇ ਤਾਂ ਫਿਰ ਤੁਸੀਂ ਦੇਖ ਲਓ ਨਰਿੰਦਰ ਮੋਦੀ ਹੋਰਾਂ ਕੋਲੇ, ਅਮਿਤ ਸ਼ਾਹ ਹੋਰਾਂ ਕੋਲੇ ਕਿੰਨਾ ਕੁਛ ਹੈ। CBI ਉਹਨਾਂ ਦੇ ਕੋਲੇ ਹੈ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਉਹਨਾਂ ਕੋਲੇ ਹੈ, ਇਨਕਮ ਟੈਕਸ ਉਹਨਾਂ ਦੇ ਕੋਲੇ ਹੈ ਤੇ ED ਉਹਨਾਂ ਕੋਲੇ ਹੈ। ਇੱਕ ਛਾਪਾ ਨਹੀਂ ਇਹਨਾਂ ਨੇ ਚੱਲਣਾ ਤੇ ਇਹ ਕੋਈ ਪੰਗਾ ਲੈਣ ਨੂੰ ਤਿਆਰ ਨਹੀਂ। ਸੋ ਮਾਨ ਸਾਹਿਬ ਨੇ ਕਿਹਾ ਕਿ ਪੰਜਾਬੀਆਂ ਤੇ ਸਿੱਖਾਂ ਦੀ ਗੱਲ ਜੇ ਕੋਈ ਪਾਰਲੀਮੈਂਟ ਦੇ ਵਿੱਚ ਕਰ ਸਕਦਾ ਹੈ ਤਾਂ ਉਹ ਸਿਰਫ ਤੇ ਸਿਰਫ ਅਕਾਲੀ ਦਲ ਹੀ ਕਰ ਸਕਦਾ। ਤੇ ਅਕਾਲੀ ਦਲ ਦੇ ਵਿੱਚੋਂ ਸਭ ਤੋਂ ਜਿਹੜਾ ਹੈਗਾ ਪਰਖਿਆ ਹੋਇਆ ਮੈਂ ਹੀ ਹਾਂ। ਤੇ ਆਪਾਂ ਨੂੰ ਪਤਾ ਕਿ ਮਾਨ ਸਾਹਿਬ ਦੀ ਜਿਹੜੀ ਪਿਛਲੀ ਪਰਫਾਰਮੈਂਸ ਆ ਉਹ ਵਧੀਆ ਰਹੀ ਹੈ। ਉਹਨਾਂ ਨੇ ਗ੍ਰਾਸ ਰੂਟ ਲੈਵਲ ਤੇ ਵੀ ਕੰਮ ਕੀਤਾ ਹੈ। MP ਲੈਡ ਦੇ ਪੈਸਿਆਂ ਦੀ ਵੀ ਉਹਨਾਂ ਨੇ ਠੀਕ ਤਰੀਕੇ ਨਾਲ ਵਰਤੋਂ ਕੀਤੀ ਹੈ ਤੇ ਖਾਸ ਕਰ ਸਿੱਖ ਮੁੱਦਿਆਂ ਨੂੰ ਉਹ ਬਹੁਤ ਵਧੀਆ ਢੰਗ ਦੇ ਨਾਲ ਪਾਰਲੀਮੈਂਟ ਦੇ ਵਿੱਚ ਉਭਾਰਦੇ ਰਹੇ ਹੈ। ਇਸ ਲਈ ਉਹਨਾਂ ਨੇ ਕਿਹਾ ਜੀ ਬਾਕੀ ਜਿਹੜੀਆਂ ਪੰਥਕ ਧਿਰਾਂ ਉਹ ਮੇਰੀ ਮਦਦ ਕਰਨ। ਦੇਖਣ ਵਾਲੀ ਗੱਲ ਜਸਪ੍ਰੀਤ ਹੁਣ ਇਹ ਹੈ ਕਿ ਅਕਾਲੀ ਦਲ ਬਾਦਲ ਹੈ ਜਿਹੜਾ ਉਹ ਇਹਦੇ ਤੇ ਕੀ ਪੈਂਤੜਾ ਲੈਂਦਾ ਹੈ। ਲੇਕਿਨ ਮੈਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਹੈ ਅਕਾਲੀ ਦਲ ਦੇ ਅੰਦਰਲੇ ਸੂਤਰਾਂ ਤੋਂ, ਉੱਥੇ ਪ੍ਰੈਸ਼ਰ ਬਿਲਡ ਹੋ ਰਿਹਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ। ਕਿਹਾ ਜਾ ਰਿਹਾ ਹੈ ਅਕਾਲੀ ਦਲ ਦੇ ਇੱਕ ਹਿੱਸੇ ਵੱਲੋਂ ਕਿ ਆਪਾਂ ਨੂੰ ਮਾਨ ਸਾਹਿਬ ਦੀ ਹਮਾਇਤ ਕਰ ਦੇਣੀ ਚਾਹੀਦੀ ਹੈ। ਅੱਛਾ ਜੀ। ਕਿ ਜੇ ਅਸੀਂ ਮਾਨ ਸਾਹਿਬ ਦੀ ਹਮਾਇਤ ਕਰਾਂਗੇ, ਉਹਨਾਂ ਦੇ ਮੁਕਾਬਲੇ ਤੇ ਕੈਂਡੀਡੇਟ ਨਾ ਖੜਾਂਗੇ ਤਾਂ ਸਿੱਖ ਪੰਥ ਦੇ ਵਿੱਚ ਮੁੜ ਕੇ ਸਾਡੇ ਲਈ ਇੱਕ ਨਵਾਂ ਜਿਹੜਾ ਹੈ ਰਾਹ ਖੁੱਲ੍ਹ ਸਕਦਾ ਜਾਣ ਵਾਸਤੇ। ਸਿੱਖ ਪੰਥ ਦੇ ਵਿੱਚ ਆਪਾਂ ਦੁਬਾਰਾ ਜਾ ਸਕਦੇ ਹਾਂ। ਜਿਹੜੀ ਖੁੱਸੀ ਹੋਈ ਜ਼ਮੀਨ ਹੈ ਉਹਨੂੰ ਆਪਾਂ ਹਾਸਲ ਕਰ ਸਕਦੇ ਹਾਂ। ਵੈਸੇ ਵੀ ਮਾਨ ਸਾਹਿਬ ਦੀ ਉਮਰ ਜਿਹੜੀ ਹੈਗੀ ਆ ਉਹ ਕਾਫੀ ਹੈ, ਉਂਝ ਵੀ ਉਹ ਸਰੀਰਕ ਤੌਰ 'ਤੇ ਢਿੱਲੇ ਰਹਿੰਦੇ ਹੈ। ਉਹ ਆਪ ਤਾਂ ਆਪਣੇ ਪੱਧਰ ਦੇ ਉੱਤੇ ਆਪਣੇ ਲਈ ਤਾਂ ਕੁਛ ਕਰ ਸਕਦੇ ਹੈ, ਲੇਕਿਨ ਉਹਨਾਂ ਦੇ ਕੋਲੇ ਪਾਰਟੀ ਨੂੰ ਜਿਤਾਉਣ ਵਾਲਾ ਕ੍ਰਿਸ਼ਮਾ ਨਹੀਂ ਹੈ, ਨਾ ਉਹਨਾਂ ਕੋਲੇ ਉਸ ਕਿਸਮ ਦੀ ਆਰਗੇਨਾਈਜੇਸ਼ਨ ਹੈ। ਤੇ ਅਕਾਲੀ ਦਲ ਇਹ ਵੀ ਸੋਚ ਸਕਦਾ ਕਿ ਆਪਾਂ ਮਾਨ ਸਾਹਿਬ ਦੇ ਗੰਧਾੜਿਆਂ ਤੇ ਚੜ੍ਹ ਕੇ ਭਵ ਸਾਗਰ ਪਾਰ ਕਰ ਜਾਈਏ। ਸੋ ਇਹ ਚਾਂਸਸ ਵੀ ਬਣਦੇ ਹੈ। ਜਿੱਥੋਂ ਤੱਕ ਕਾਂਗਰਸ ਪਾਰਟੀ ਦੀ ਗੱਲ ਹੈ, ਕਾਂਗਰਸ ਪਾਰਟੀ ਦੇ ਕੋਲ ਕੈਂਡੀਡੇਟ ਕੌਣ ਹੈ? ਜਿਹੜਾ ਉਹਨਾਂ ਦਾ ਪਹਿਲਾ ਕੈਂਡੀਡੇਟ ਹੈ, ਜਿਹੜਾ ਪਹਿਲਾਂ ਉੱਥੋਂ ਪਾਰਲੀਮੈਂਟ ਦਾ ਮੈਂਬਰ ਰਿਹਾ, ਉਹਦਾ ਨਾਮ ਵਿਜੇ ਇੰਦਰ ਸਿੰਗਲਾ ਜੀ। ਵਿਜੇ ਇੰਦਰ ਸਿੰਗਲਾ 2017 ਦੇ ਵਿੱਚ MLA ਬਣ ਗਿਆ ਸੀ ਔਰ MLA ਬਣਨ ਤੋਂ ਬਾਅਦ ਉਹ PWD ਤੇ ਐਜੂਕੇਸ਼ਨ ਦਾ ਮਿਨਿਸਟਰ ਵੀ ਬਣ ਗਿਆ ਸੀ ਜੀ। ਵਿਜੇ ਇੰਦਰ ਸਿੰਗਲਾ ਨੇ ਬਿਨਾਂ ਸ਼ੱਕ ਸੰਗਰੂਰ ਵਿਧਾਨ ਸਭਾ ਹਲਕੇ ਦੇ ਵਿੱਚ ਕੁਝ ਕੰਮ ਕਰਵਾਇਆ, ਲੇਕਿਨ ਨਾਲ ਉਹਨਾਂ ਤੇ ਇਲਜ਼ਾਮ ਵੀ ਬੜੇ ਲੱਗਦੇ ਹੈ। ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗਦੇ ਕਿ ਉਹਨਾਂ ਨੇ ਜੀ ਪੈਸਾ ਬਹੁਤ ਕਮਾਇਆ। ਅਸੀਂ ਨਹੀਂ ਕਹਿ ਸਕਦੇ ਕਮਾਇਆ ਕਿ ਨਹੀਂ ਕਮਾਇਆ, ਜਿਹੜੀ ਲੋਕਾਂ 'ਚ ਗੱਲ ਚੱਲਦੀ ਹੈ ਇਹ ਹੈ। ਇਹਦੇ ਚੱਲਦਿਆਂ ਕੀ ਉਹ ਭਗਵੰਤ ਸਿੰਘ ਮਾਨ ਦੀ ਪਾਰਟੀ ਦਾ ਮੁਕਾਬਲਾ ਕਰ ਸਕਣਗੇ ਸਿੰਗਲਾ ਸਾਹਿਬ, ਜਿਹੜੇ ਇੱਕ ਆਮ ਸਧਾਰਨ ਕੁੜੀ ਦੇ ਹੱਥੋਂ ਵਿਧਾਨ ਸਭਾ ਦੀ ਸੀਟ ਵੀ ਗਵਾ ਚੁੱਕੇ। ਬਿਲਕੁਲ ਨਰਿੰਦਰ ਕੌਰ ਭਰਾਜ ਤੋਂ ਹਾਰੇ। ਨਰਿੰਦਰ ਕੌਰ ਭਰਾਜ ਤਾਂ ਇੱਕ ਸਧਾਰਨ ਲੜਕੀ ਹੈ, ਉਹ ਤਾਂ ਘਰੇਲੂ ਕਾਰੋਬਾਰ ਕੰਮ ਵਾਲੀ ਲੜਕੀ ਹੈ। ਇਹ ਠੀਕ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਸਰਗਰਮ ਹੈ। ਭਗਵੰਤ ਸਿੰਘ ਮਾਨ ਦੇ ਨਾਲ ਉਹਨਾਂ ਦੀ ਜਿਹੜੀ ਹੈਗੀ ਹੈ ਬੜੀ ਵਧੀਆ ਟਿਊਨਿੰਗ ਚੱਲਦੀ ਹੈ, ਫਿੱਟ ਚੱਲਦੀ ਹੈ। ਉਹ ਆਮ ਆਦਮੀ ਪਾਰਟੀ ਦੇ ਵਰਕਰ ਵੀ ਹੈਗੇ, ਉਹਨਾਂ ਨੇ ਉਹਨੂੰ ਹਰਾਇਆ ਕਿ ਉਹ ਜਿੱਤ ਸਕਦੇ। ਦੂਜੇ ਪਾਸੇ ਜੇ ਅਸੀਂ ਦੇਖੀਏ ਤਾਂ ਇੱਕ ਨਾਂ ਹੋਰ ਆਉਂਦਾ ਹੈ, ਉਹ ਨਾਂ ਆਉਂਦਾ ਹੈ ਕਿ ਐਤਕੀ ਜੇ ਭਗਵੰਤ ਸਿੰਘ ਮਾਨ ਦੀ ਭੈਣ ਕੈਂਡੀਡੇਟ ਬਣਦੀ ਹੈ ਤਾਂ ਔਰਤ ਦੇ ਮੁਕਾਬਲੇ ਤੇ ਔਰਤ ਨੂੰ ਖੜਾ ਕਰ ਸਕਦੀ ਹੈ ਕਾਂਗਰਸ ਪਾਰਟੀ ਜੀ। ਤੇ ਉੱਥੇ ਕਾਂਗਰਸ ਪਾਰਟੀ ਕੋਲ ਕੈਂਡੀਡੇਟ ਜਿਹੜੀ ਹੈਗੀ ਹੈ ਉਹ ਹੈ ਸਿਮਰਨ ਕੌਰ ਖੰਗੂੜਾ। ਅੱਛਾ, ਜਿਹੜੀ
ਜਿਹੜਾ ਆਪਣਾ ਮੁੰਡਾ ਗੋਲਡੀ ਹੈ, ਜੀ ਦਲਵੀਰ ਸਿੰਘ ਗੋਲਡੀ ਹਾਂਜੀ। ਧੂਰੀ ਤੋਂ, ਜਿਹਨੂੰ ਕਾਂਗਰਸ ਪਾਰਟੀ ਨੇ ਐਤਕੀ ਟਿਕਟ ਦਿੱਤੀ ਸੀ, ਪਿਛਲੀ ਵਾਰੀ MLA ਵੀ ਖੜਾ ਹੋਇਆ ਸੀ, ਉਹ ਹੈ। ਪਰ ਉਹਨੂੰ ਖੜੇ ਕਰਨ ਦੇ ਬਾਵਜੂਦ ਠੀਕ ਹੈ, ਉਹਨਾਂ ਮੀਆਂ ਬੀਵੀ ਦਾ ਕੰਮ ਬਹੁਤ ਵਧੀਆ ਹੈ, ਉਹਨਾਂ ਨੇ ਆਪਣੇ ਹਲਕੇ 'ਚ ਵਧੀਆ ਕੰਮ ਕੀਤਾ। ਜੀ। ਹਨੇਰੀ ਸੀ ਤੇ ਐਤਕੀ ਉਹ ਹਾਰ ਗਿਆ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਜੇ ਦੇਖੀਏ ਤਾਂ ਦੂਜਿਆਂ ਦੇ ਮੁਕਾਬਲੇ ਤਾਂ ਉਸ ਲੜਕੀ ਦੇ ਉੱਤੇ ਕੋਈ ਇਲਜ਼ਾਮ ਨਹੀਂ ਲੱਗਦਾ, ਤੇ ਇਲਜ਼ਾਮ ਭ੍ਰਿਸ਼ਟਾਚਾਰ ਦੇ ਗੋਲਡੀ ਤੇ ਵੀ ਨਹੀਂ ਲੱਗਦੇ। ਬਿਲਕੁਲ ਜੀ। ਇਸ ਕਰਕੇ ਕੈਂਡੀਡੇਟ ਤਾਂ ਉਹ ਵਧੀਆ ਹੈ, ਪਰ ਕਾਂਗਰਸ ਪਾਰਟੀ ਦੀ ਅੰਦਰੂਨੀ ਹਾਲਤ ਕੀ ਹੈ, ਜੀ। ਇਹ ਹੁਣ ਜੇ ਆਪਾਂ ਦੇਖੀ ਤਾਂ ਅੰਦਰੂਨੀ ਹਾਲਤ ਇਹ ਕਾਂਗਰਸ ਪਾਰਟੀ ਦੀ ਆਪਾਂ ਦੇਖ ਹੀ ਲਿਆ ਕਿ ਆ ਜਿਹੜੀਆਂ ਪਿੱਛੇ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਉਹਦੇ ਵਿੱਚ ਕੀ ਹੋਇਆ। 2017 ਦੀਆਂ ਚੋਣਾਂ ਕਾਂਗਰਸ ਪਾਰਟੀ ਨੇ ਜਿਨ੍ਹਾਂ ਚਿਹਰਿਆਂ ਨੂੰ ਨਾਲ ਲੈ ਕੇ ਲੜੀਆਂ ਸੀ, ਜਿਨ੍ਹਾਂ ਨੂੰ ਅੱਗੇ ਲਾ ਕੇ ਲੜੀਆਂ ਸੀ, ਉਹ 3 ਚਿਹਰੇ ਸੀ। ਮੁੱਖ ਤੌਰ ਦੇ ਉੱਤੇ ਜਿਹੜਾ ਹੈਗਾ ਕਮਾਂਡਰ ਇਨ ਚੀਫ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਸੀ, ਉਹਨਾਂ ਦੇ ਨਾਲ ਪ੍ਰੈਜ਼ੀਡੈਂਟ ਦੇ ਤੌਰ ਤੇ ਕੰਮ ਕਰ ਰਿਹਾ ਸੀ ਮਿਸਟਰ ਸੁਨੀਲ ਜਾਖੜ, ਤੇ ਤੀਜਾ ਜੇ ਆਪਾਂ ਦੇਖੀਏ ਤਾਂ ਉਹ ਸੀ ਨਵਜੋਤ ਸਿੰਘ ਸਿੱਧੂ। ਜੀ ਇਹ 3 ਵਿਅਕਤੀ ਸੀ। ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਤੋਂ ਲਾਂਭੇ ਹੋ ਚੁੱਕਾ ਹੈ। ਬਿਲਕੁਲ ਜੀ। ਸੁਨੀਲ ਜਾਖੜ ਵੀ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਚਲਾ ਗਿਆ, ਔਰ ਨਵਜੋਤ ਸਿੰਘ ਸਿੱਧੂ ਉਹ ਇੱਕ ਪੁਰਾਣੇ ਕੇਸ ਦੀ ਵਜ੍ਹਾ ਕਾਰਨ, ਲੜਾਈ ਝਗੜੇ ਦਾ ਕੇਸ ਸੀ, ਉਹ ਵਿਚਾਰਾ ਜੇਲ੍ਹ 'ਚ ਬੈਠਾ ਹੈ। ਤਾਂ ਕਾਂਗਰਸ ਪਾਰਟੀ ਕੋਲੇ ਕੁੱਲ ਮਿਲਾ ਕੇ ਹੈ ਕੀ, ਜਿਹੜੇ ਲੀਡਰ ਸਾਡੇ ਸਾਹਮਣੇ ਇਸ ਵੇਲੇ ਕਾਂਗਰਸ ਪਾਰਟੀ ਕੋਲੇ, ਉਹਨਾਂ ਦੇ ਵਿੱਚੋਂ ਇੱਕ ਹੈ ਰਾਜਾ ਵੜਿੰਗ, ਜਿਹੜੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ, ਤੇ ਦੂਜੇ ਹੈਗੇ ਸਰਦਾਰ ਪ੍ਰਤਾਪ ਸਿੰਘ ਬਾਜਵਾ, ਜਿਹੜੇ ਵਿਰੋਧੀ ਧਿਰ ਦੇ ਆਗੂ ਹੈ। ਲੇਕਿਨ ਖਬਰਾਂ ਜੋ ਪੁਣ ਛਣ ਕੇ ਆ ਰਹੀਆਂ ਉਹ ਇਹ ਹੈ ਕਿ ਰਾਜਾ ਵੜਿੰਗ ਮਿਹਨਤ ਬਹੁਤ ਕਰ ਰਿਹਾ ਹੈ, ਲੇਕਿਨ ਉਹਦੀ ਜਿਹੜੀ ਹੈ ਕਮਾਂਡ ਪਾਰਟੀ ਦੇ ਵਿੱਚ ਜਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਉਹ ਬਣ ਨਹੀਂ ਰਹੀ ਹਾਲੇ ਤੱਕ। ਅੱਛਾ ਜੀ। ਉਹਦਾ ਵਿਰੋਧ ਕਰਨ ਵਾਲੇ ਵੀ ਕਈ ਵਾਰੀ ਰਾਜਾ ਆਪ ਵੀ ਕਈ ਇਹੋ ਜਿਹੀਆਂ ਗੱਲਾਂ ਕਰ ਦਿੰਦਾ ਹੈ ਬਿਲਕੁਲ ਜੀ। ਜਿਹੜੀਆਂ ਗੱਲਾਂ ਉਹਨੂੰ ਉਲਟ ਪੈ ਜਾਂਦੀਆਂ। ਹੁਣ ਮਿਸਾਲ ਦੇ ਤੌਰ ਤੇ ਤੁਸੀਂ ਦੇਖੋ, ਪਿਛਲੇ ਦਿਨਾਂ 'ਚ ਰਾਜਾ ਵੜਿੰਗ ਸਾਹਿਬ ਗਏ ਸੀਗੇ ਪਟਿਆਲੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰ ਰਹੇ ਸੀ। ਜੀ ਉੱਥੇ ਥੋੜੀ ਬਹੁਤੀ ਗੱਲ ਚੱਲੀ ਪ੍ਰਨੀਤ ਕੌਰ ਬਾਰੇ, ਕੈਪਟਨ ਅਮਰਿੰਦਰ ਸਿੰਘ ਦੀ ਵਾਈਫ ਬਾਰੇ, ਤੇ ਉਹਨੇ ਕਹਿ ਦਿੱਤਾ ਜੀ ਮੇਰੇ ਹੁੰਦਿਆਂ ਜਾਂ ਤਾਂ ਮੈਂ ਰਹੂੰਗਾ ਕਾਂਗਰਸ ਪਾਰਟੀ ਦੇ ਵਿੱਚ, ਜਾਂ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਨੀਤ ਕੌਰ ਰਹਿਣਗੇ। ਹੁਣ ਕੈਪਟਨ ਅਮਰਿੰਦਰ ਸਿੰਘ ਦਾ ਪਹਿਲਾਂ ਹੀ ਕਾਂਗਰਸ ਪਾਰਟੀ ਨੂੰ ਛੱਡ ਚੁੱਕੇ। ਬਿਲਕੁਲ ਜੀ। ਪ੍ਰਨੀਤ ਕੌਰ ਨੇ ਬਿਨਾਂ ਸ਼ੱਕ ਆਪਾਂ ਨੂੰ ਪਤਾ ਹੈ ਕਿ ਉਹਨਾਂ ਨੇ ਆਪਣੇ ਪਤੀ ਦੀ ਪਾਰਟੀ ਵਾਸਤੇ, ਜਿਹੜੇ ਉਹਨਾਂ ਦੇ ਕੈਂਡੀਡੇਟ ਆ, ਉਹਨਾਂ ਵਾਸਤੇ ਕੰਮ ਵੀ ਕੀਤਾ ਸੀ। ਉਹਨਾਂ ਨੂੰ ਨੋਟਿਸ ਵੀ ਦਿੱਤਾ ਗਿਆ ਸੀ, ਉਹਨਾਂ ਨੇ ਨੋਟਿਸ ਦਾ ਜਵਾਬ ਵੀ ਨਹੀਂ ਦਿੱਤਾ। ਇਹਦੇ ਬਾਵਜੂਦ ਵੀ ਕਾਂਗਰਸ ਪਾਰਟੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ। ਕਿਉਂ ਨਹੀਂ ਕਰ ਰਹੀ? ਕਿਉਂਕਿ ਉਹਨਾਂ ਨੂੰ ਪਤਾ ਪਾਰਲੀਮੈਂਟ ਦੇ ਵਿੱਚ ਸਾਡੇ ਕੋਲ ਸੀਟਾਂ ਤਾਂ ਪਹਿਲਾਂ ਹੀ ਘੱਟ ਹੈ, ਤੇ ਅਸੀਂ ਇੱਕ ਪਾਰਲੀਮੈਂਟ ਦਾ ਮੈਂਬਰ ਗਵਾ ਲਾਂਗੇ। ਜੇ ਕਾਂਗਰਸ ਪਾਰਟੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰਦੇ ਆ ਤਾਂ ਉਹ ਕਾਂਗਰਸ ਪਾਰਟੀ ਦੇ ਵਿੱਚ ਤੋਂ ਬਾਹਰ ਹੋ ਕੇ ਵੀ ਜੇ ਉਹਨਾਂ ਨੂੰ ਕਾਂਗਰਸ ਪਾਰਟੀ ਕੱਢ ਦਿੰਦੀ ਹੈ ਤੇ ਪ੍ਰਨੀਤ ਕੌਰ ਦੇ ਕੋਲੇ ਪਾਰਲੀਮੈਂਟ ਦਾ ਰੁਤਬਾ ਫਿਰ ਵੀ ਰਹੂਗਾ, ਮੈਂਬਰ ਵਾਲਾ ਰੁਤਬਾ। ਜੇ ਉਹ ਆਪਦੀ ਪਾਰਟੀ ਛੱਡਦੇ ਤਾਂ ਫਿਰ ਉਹ ਡਿਸਕੁਆਲੀਫਾਈ ਹੋ ਜਾਣਗੇ। ਇਸ ਕਰਕੇ ਆਪ ਛੱਡਣ ਦੀ ਲੋੜ ਨਹੀਂ, ਕੱਢ ਉਹਨਾਂ ਨੂੰ ਕੋਈ ਸਕਦਾ ਨਹੀਂ। ਤੇ ਕੱਲ੍ਹ ਜਦੋਂ ਪ੍ਰਨੀਤ ਕੌਰ ਨੂੰ ਇਹ ਗੱਲ ਪੁੱਛੀ ਪੱਤਰਕਾਰਾਂ ਨੇ, ਉੱਥੇ ਧਰਨਾ ਸੀ ਇੱਕ, ਉਹਦੇ ਸੰਬੰਧ ਵਿੱਚ ਕਿ ਤੁਸੀਂ ਮੈਡਮ ਦੱਸੋ ਕੀ ਕਹਿਣਾ ਹੈ, ਉਹ ਕਹਿੰਦੀ ਪਹਿਲੀ ਗੱਲ ਤਾਂ ਮੈਂ ਤੇ ਕੋਈ ਬਾਰੇ ਰਾਜੇ ਬਾਰੇ ਮੈਂ ਕੋਈ ਗੱਲ ਹੀ ਨਹੀਂ ਕਰਨੀ। ਦੂਜੀ ਗੱਲ, ਜੇ ਤੁਸੀਂ ਜ਼ਿਆਦਾ ਹੀ ਜ਼ੋਰ ਪਾਉਣੇ ਤਾਂ ਮੈਂ ਕਹਿੰਦੀ ਕਿ ਰਾਜੇ ਦੀ ਤਾਂ ਜ਼ਰੂਰਤ ਹੀ ਨਹੀਂ ਕਿ ਮੈਨੂੰ ਕੱਢ ਦੇਵੇ। ਉਹਦੇ ਕੋਲੇ ਤਾਂ ਇਹ ਪਾਵਰ ਹੀ ਹੈ ਨਹੀਂ ਗੀ। ਇਹ ਪਾਵਰ ਆਲ ਇੰਡੀਆ ਕਾਂਗਰਸ ਕਮੇਟੀ ਕੋਲੇ ਹੈ, ਤੇ ਜੇ ਆਲ ਇੰਡੀਆ ਕਾਂਗਰਸ ਕਮੇਟੀ ਨੇ ਕੱਢਣਾ ਤਾਂ ਕੱਢ ਦੇਵੇ। ਇਹਨਾਂ ਹਾਲਾਤਾਂ ਦੇ ਚੱਲਦਿਆਂ ਜੇ ਆਪਾਂ ਦੇਖੀਏ ਤਾਂ ਕਾਂਗਰਸ ਪਾਰਟੀ ਦਾ ਹਾਊਸ ਠੀਕ ਨਹੀਂ। ਇਸ ਵਾਸਤੇ ਕਾਂਗਰਸ ਪਾਰਟੀ ਕੈਂਡੀਡੇਟ ਭਾਵੇਂ ਦੇ ਦੇ, ਤੇ ਮੇਰੇ ਖਿਆਲ ਮੁਤਾਬਕ ਕਾਂਗਰਸ ਪਾਰਟੀ ਦੀ ਹਾਲਤ ਜੋ ਆ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਹੋਈ ਸੀ, ਲਗਭਗ ਉਹੀ ਜਿਹੀ ਹੀ ਹੋਊਗੀ, ਇਦੋਂ ਵਧੀਆ ਨਹੀਂ ਹੋ ਸਕਦੀ। ਤਾਂ ਅਗਲੀ ਜੇ ਆਪਾਂ ਦੇਖੀਏ, ਅਗਲਾ ਕੈਂਡੀਡੇਟ ਹੈਗਾ ਭਾਰਤੀ ਜਨਤਾ ਪਾਰਟੀ ਦਾ। ਭਾਰਤੀ ਜਨਤਾ ਪਾਰਟੀ ਬਹੁਤ ਜ਼ਿਆਦਾ ਜ਼ੋਰ ਲਾ ਰਹੀ ਹੈ ਆਪਣੇ ਪੈਰ ਜਮਾਉਣ ਵਾਸਤੇ। ਬਿਲਕੁਲ। ਉਹ ਕਾਂਗਰਸ ਪਾਰਟੀ ਦੇ ਵਿੱਚ ਭੰਨ ਤੋੜ ਦੇ ਵਿੱਚ ਵੀ ਲੱਗੀ ਹੋਈ ਹੈ, ਜਾਖੜ ਸਾਹਿਬ ਨੂੰ ਲੈ ਗਈ ਹੈ। ਕੁਝ ਹੋਰ ਲੋਕਾਂ ਦੇ ਜਾਣ ਦੀਆਂ ਕੜਸੋਆਂ ਵੀ ਆ ਰਹੀਆਂ। ਵੈਸੇ ਵੀ ਕੁੱਲ ਮਿਲਾ ਕੇ ਆਪਾਂ ਦੇਖੀਏ ਤਾਂ ਕਾਂਗਰਸ ਪਾਰਟੀ ਕਾਫੀ ਕਮਜ਼ੋਰ ਪੈ ਚੁੱਕੀ ਹੈ ਨੈਸ਼ਨਲ ਲੈਵਲ ਤੇ ਵੀ। ਇਹਨਾਂ ਹਾਲਾਤਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਕਾਫੀ ਮਜ਼ਬੂਤੀ ਫੜਦੀ ਜਾ ਰਹੀ ਹੈ। ਇੰਨੀ ਮਜ਼ਬੂਤੀ ਤਾਂ ਨਹੀਂ ਵੀ ਉਹ ਜਿੱਤ ਦੇ ਮੁਕਾਮ ਤੱਕ ਪਹੁੰਚ ਸਕਦੀ ਹੈ, ਲੇਕਿਨ ਉਹ ਆਪਣੀ ਹਾਜ਼ਰੀ ਲਵਾਉਣ ਦੇ ਸਮਰੱਥ ਹੋ ਗਈ ਹੈ। ਸੋ ਇਸ ਵੇਲੇ ਮੈਨੂੰ ਇਹ ਲੱਗਦੀ ਹੈ ਕਿ ਮੁਕਾਬਲਾ ਆਮ ਆਦਮੀ ਪਾਰਟੀ ਨੰਬਰ 1, ਨੰਬਰ 2 ਅਕਾਲੀ ਦਲ, ਤੇ ਨੰਬਰ 3 ਭਾਰਤੀ ਜਨਤਾ ਪਾਰਟੀ, ਤੇ ਨੰਬਰ 4 ਜਿਹੜੀ ਹੈਗੀ ਕਾਂਗਰਸ ਪਾਰਟੀ, ਇਹਨਾਂ ਚਾਰਾਂ ਦੇ ਦਰਮਿਆਨ ਹੋਣਾ ਹੈ। ਚਾਰਾਂ ਦੇ ਵਿੱਚੋਂ ਕੌਣ ਜਿੱਤੂਗਾ ਕੌਣ ਹਾਰੂਗਾ ਇਹ ਤਾਂ ਭਵਿੱਖ ਤੇ ਨਿਰਭਰ ਹੈ। ਲੇਕਿਨ ਅੱਜ ਦੀ ਘੜੀ ਆਪਾਂ ਕਹਿ ਸਕਦੇ ਕਿ ਅੱਜ ਦੀ ਘੜੀ ਆਮ ਆਦਮੀ ਪਾਰਟੀ ਨੂੰ ਬੈਨੀਫਿਟ ਮਿਲ ਸਕਦਾ ਹੈ, ਕਿਉਂਕਿ ਇੱਕ ਤਾਂ ਹਲਕਾ ਭਗਵੰਤ ਸਿੰਘ ਮਾਨ ਦਾ ਹੈ, ਜਿਨ੍ਹਾਂ ਨੇ ਰਿਜ਼ਾਈਨ ਕੀਤਾ, ਉਹ ਬਣ ਗਏ ਉੱਥੋਂ ਦੇ ਕੈਂਡੀਡੇਟ। ਦੂਜਾ ਜਿਹੜਾ ਹੈਗਾ ਆਮ ਆਦਮੀ ਪਾਰਟੀ ਦਾ ਉਭਾਰ ਹਜੇ ਤੱਕ ਬਰਕਰਾਰ ਹੈ। ਤੀਜਾ ਜਿਹੜਾ ਮਤਲਬ ਕਾਂ ਮਾਰ ਕੇ ਟੰਗਿਆ ਹੈ ਵਿਜੇ ਸਿੰਗਲਾ ਦੇ ਰੂਪ ਦੇ ਵਿੱਚ, ਉਹਦਾ ਬੈਨੀਫਿਟ ਵੀ ਉਹਨਾਂ ਨੂੰ ਮਿਲਦਾ। ਅਗਲੀ ਗੱਲ ਹੈ ਕਿ ਕੈਂਡੀਡੇਟ ਕੌਣ ਹੋਊ ਆਮ ਆਦਮੀ ਪਾਰਟੀ ਦਾ। ਪਿਛਲੇ ਦਿਨਾਂ ਦੇ ਵਿੱਚ ਉੱਥੇ ਇੱਕ ਸਾਈਕਲ ਯਾਤਰਾ ਕੱਢੀ ਸੀ, ਸਾਈਕਲ ਮਾਰਚ ਹੋਇਆ ਸੀ,
ਉਹ ਸਾਈਕਲ ਮਾਰਚ ਦੇ ਵਿੱਚ ਜਿਸ ਤਰ੍ਹਾਂ ਦੇ ਉੱਥੋਂ ਦੇ SSP ਨੇ ਨਾਅਰੇ ਲਾਏ ਸੀ, ਗੱਲਾਂ ਇਹ ਵੀ ਚੱਲਣ ਲੱਗ ਪਈਆਂ ਕਿ ਕੋਈ ਪੁਲਿਸ ਅਫਸਰ ਵੀ ਕੈਂਡੀਡੇਟ ਹੋ ਸਕਦਾ ਹੈ। ਪਰ ਕਿਉਂਕਿ ਉਹ DIG ਵੀ ਬਣਨ ਵਾਲੇ ਹੈ ਅਤੇ ਇਸ ਪਾਰਲੀਮੈਂਟ ਦੀ ਮਿਆਦ 1 ਸਾਲ ਹੈ। ਜੇ ਅੱਜ ਉਹ ਪ੍ਰੀ ਮੈਚੋਰ ਰਿਟਾਇਰਮੈਂਟ ਵੀ ਲੈ ਲੈਣ ਤਾਂ ਪੈਨਸ਼ਨ ਉਹਨਾਂ ਨੂੰ ਉੱਧਰੋਂ ਵੀ ਮਿਲਦੀ ਹੈ। ਮੈਂਬਰ ਭਾਵੇਂ ਉਹ 1 ਸਾਲ ਰਹਿਣ ਤਾਂ ਪੈਨਸ਼ਨ ਇੱਧਰੋਂ ਵੀ ਮਿਲਣੀ ਹੈ। ਪਰ ਉਹ ਜੇ ਪੈਨਸ਼ਨ ਉਹਨਾਂ ਨੂੰ ਮਿਲ ਵੀ ਜਾਵੇ ਤਾਂ ਜਿੰਨਾ ਕੁ ਪੈਸਾ ਲੱਗਦਾ ਹੁੰਦਾ ਹੈ, ਪੈਸਾ ਵੀ ਕਾਫੀ ਲੱਗ ਜਾਣਾ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਉਹ ਲੜਦੇ ਨਹੀਂ ਲੜਦੇ। ਦੂਸਰਾ ਨਾਂ ਆ ਰਿਹਾ ਬੀਬੀ ਮਨਪ੍ਰੀਤ ਕੌਰ ਦਾ। ਮਨਪ੍ਰੀਤ ਕੌਰ ਮਨਪ੍ਰੀਤ ਆਪਣੇ ਸਰਦਾਰ ਭਗਵੰਤ ਸਿੰਘ ਮਾਨ ਦੇ ਛੋਟੇ ਭੈਣ ਜੀ ਹੈ। ਔਰ ਜੇ ਚੀਫ ਮਿਨਿਸਟਰ ਦੀ ਸਿਸਟਰ ਉੱਥੋਂ ਚੋਣ ਲੜਦੀ ਹੈ ਤਾਂ ਡੈਫੀਨੇਟਲੀ ਉਸ ਪਰਿਵਾਰ ਦੇ ਨਾਂ ਦੇ ਉੱਤੇ ਉਹਨਾਂ ਨੂੰ ਵੋਟਾਂ ਪੈਣਗੀਆਂ। ਉਹਨਾਂ ਦਾ ਜਿਹੜੀ ਹੈਗੀ ਹੈ, ਜਿੰਨੀਆਂ ਭਗਵੰਤ ਸਿੰਘ ਮਾਨ ਨੂੰ ਵੋਟਾਂ ਪਈਆਂ ਸੀ, ਜਿੰਨਾ ਮਾਰਜਨ ਸੀ, ਉਦੋਂ ਵੱਧ ਮਾਰਜਨ ਵੀ ਬਣ ਸਕਦਾ ਹੈ। ਅਗਲੀ ਗੱਲ ਆਪਾਂ ਨੂੰ ਇਹ ਵੇਖਣੀ ਪੈਣੀ ਹੈ ਕਿ ਆਮ ਆਦਮੀ ਪਾਰਟੀ ਵੀ ਇਹ ਸੀਟ ਜਿੱਤਣ ਵਾਸਤੇ ਠੀਕ ਕੈਂਡੀਡੇਟ ਖੜਾ ਕਰੂਗੀ ਤੇ ਪੂਰਾ ਜ਼ੋਰ ਲਾਊਗੀ। ਕਿਉਂਕਿ ਜੇ ਇਨ ਕੇਸ, ਵੈਸੇ ਤਾਂ ਕੋਈ ਹਾਲਾਤ ਬਣਦੇ ਨਹੀਂ, ਇਨ ਕੇਸ ਜੇ ਇੱਥੋਂ ਆਮ ਆਦਮੀ ਪਾਰਟੀ ਚੋਣ ਹਾਰ ਵੀ ਜਾਂਦੀ ਹੈ ਤਾਂ ਫਿਰ ਪਾਰਲੀਮੈਂਟ ਦੇ ਵਿੱਚ ਉਹਨਾਂ ਦਾ ਖਾਤਾ ਬੰਦ ਹੋ ਜਾਣਾ, ਕਿਉਂਕਿ ਹੋਰ ਤਾਂ ਕੋਈ ਮੈਂਬਰ ਹੀ ਹੈ ਨਹੀਂ ਗਾ ਲੋਕ ਸਭਾ ਦੇ ਵਿੱਚ। ਲੋਕ ਸਭਾ ਦੇ ਵਿੱਚ ਉਹ ਇਕੱਲੇ ਹੀ ਰਹਿ ਜਾਣਗੇ। ਹਾਂ, ਰਾਜ ਸਭਾ ਦੇ ਵਿੱਚ ਉਹਨਾਂ ਦੇ ਮੈਂਬਰ ਜ਼ਰੂਰ ਹੈਗੇ, 7 ਮੈਂਬਰ ਹੈ। ਇਦੋਂ ਪਹਿਲਾਂ 3 ਦਿੱਲੀ 'ਚੋਂ ਆ ਗਏ ਸੀ, 5 ਜਿਹੜੇ ਆ ਗਏ ਸੀਗੇ ਇੱਥੋਂ ਨਾ, 2 ਦਿੱਲੀ 'ਚੋਂ, 1 UP ਦੇ ਵਿੱਚੋਂ ਆ ਗਏ ਸੀ ਸੰਜੇ ਸਿੰਘ, 5 ਇੱਥੋਂ ਚਲੇ ਗਏ, 8 ਹੋ ਗਏ। ਅਤੇ ਅਗਲੇ ਦਿਨਾਂ ਦੇ ਵਿੱਚ 2 ਸੀਟਾਂ ਦੀ ਚੋਣ ਹੋਰ ਹੋਣੀ ਹੈ। 31 ਮਈ ਤੱਕ ਨੋਮੀਨੇਸ਼ਨ ਪੇਪਰ ਫਾਈਲ ਕਰਨੇ ਹੈ ਔਰ ਉਹ ਜਿਹੜੀ ਚੋਣ ਹੋਣੀ ਹੈ 10 ਮੈਂਬਰ ਉਹਨਾਂ ਦੇ ਹੋ ਜਾਣਗੇ ਰਾਜ ਸਭਾ ਦੇ ਵਿੱਚ ਅਤੇ ਲੋਕ ਸਭਾ 'ਚ ਕੋਈ ਮੈਂਬਰ ਰਹਿਣਾ ਨਹੀਂ। ਇਸ ਲਈ ਉਹਨਾਂ ਦੀ ਲੋੜ ਹੋਊ ਕਿ ਸਦਨ ਦੇ ਦੋਵਾਂ ਸਦਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਮੌਜੂਦਗੀ ਹੋਵੇ। ਇਸ ਲਈ ਉਹ ਪੂਰਾ ਜ਼ੋਰ ਲਾਉਣਗੇ ਇਸ ਸੀਟ ਨੂੰ ਜਿੱਤਣ ਵਾਸਤੇ। ਜੀ ਸੋ ਕਾਫੀ ਜਿਹੜਾ ਰੌਚਕ ਮੁਕਾਬਲਾ ਹੋਣ ਜਾ ਰਿਹਾ ਹੈ ਅਤੇ ਖਾਸ ਕਰਕੇ ਆਮ ਆਦਮੀ ਪਾਰਟੀ ਨੂੰ ਤਾਂ ਜਿੱਤਣ ਦੇ ਲਈ ਬਹੁਤ ਦਾ ਲਾਉਣਾ ਪੈ ਰਿਹਾ ਪਏਗਾ ਹੀ। ਉੱਥੇ ਹੀ ਕਾਂਗਰਸ ਪਾਰਟੀ ਦਾ ਘਮਾਸਾਨ ਉਸ ਨੂੰ ਜਿਹੜਾ ਹੈ ਇਸ ਜਿੱਤ ਦੇ ਵਿੱਚ ਕਾਫੀ ਅੜਚਣਾ ਪੈਦਾ ਕਰ ਸਕਦਾ ਹੈ ਅਤੇ ਘਮਾਸਾਨ ਇਸ ਕਦਰ ਆ ਕਾਂਗਰਸ ਪਾਰਟੀ ਦਾ ਕਿ ਉਹਨਾਂ ਦੇ ਇੱਕ ਸੀਨੀਅਰ ਨੇਤਾ, ਕੌਮੀ ਪੱਧਰ ਦੇ ਜਿਹੜੇ ਨੇਤਾ ਸਨ, ਉਹਨਾਂ ਨੇ ਰਿਜ਼ਾਈਨ ਦੇ ਦਿੱਤਾ ਜੀ, ਕਪਿਲ ਸਿੱਬਲ ਜੀ ਨੇ, ਅਤੇ ਉਹ UP ਦੇ ਵਿੱਚੋਂ ਹੁਣ ਰਾਜ ਸਭਾ ਦੀ ਆਪਣੀ ਮੈਂਬਰਸ਼ਿਪ ਭਰ ਰਹੇ ਨੇ ਅਤੇ ਪਤਾ ਲੱਗ ਰਿਹਾ ਕਿ ਉਹ ਉੱਥੇ ਸਮਾਜਵਾਦੀ ਪਾਰਟੀ ਦੇ ਸਹਾਰੇ ਉਹਨਾਂ ਨੇ ਜਿਹੜੀ ਆਪਣੀ ਮੈਂਬਰਸ਼ਿਪ ਭਰਨ ਜਾ ਰਹੇ ਨੇ। ਸੋ ਕਿਵੇਂ ਹੈ ਜੀ ਇਹ ਖਬਰ? ਦੇਖੋ, ਗੱਲ ਇਹ ਹੈ ਕਿ ਮਿਸਟਰ ਕਪਿਲ ਸਿੱਬਲ ਪਿਛਲੇ 30 ਸਾਲਾਂ ਤੋਂ ਕਾਂਗਰਸ ਪਾਰਟੀ ਦੇ ਨਾਲ ਜੁੜਿਆ ਹੋਇਆ ਹੈ ਜੀ, ਔਰ ਉਹ ਬੜਾ ਨਾਮਵਰ ਵਿਅਕਤੀ ਹੈ, ਕੋਈ ਛੋਟਾ ਵਿਅਕਤੀ ਨਹੀਂ, ਬਹੁਤ ਵੱਡਾ ਨਾਂ ਹੈ। ਉਹ ਕੇਂਦਰ ਦੇ ਵਿੱਚ ਵਜ਼ੀਰ ਵੀ ਰਿਹਾ, ਕਈ ਵਾਰੀ ਉਹ ਰਾਜ ਸਭਾ ਦਾ ਮੈਂਬਰ ਵੀ ਰਿਹਾ, ਸ਼ਾਇਦ 1 ਵਾਰੀ ਲੋਕ ਸਭਾ ਦਾ ਮੈਂਬਰ ਵੀ ਬਣਨ 'ਚ ਕਾਮਯਾਬ ਹੋ ਗਿਆ ਸੀ, ਸ਼ਾਇਦ ਹੈ, ਮੈਂ ਪੱਕਾ ਨਹੀਂ ਕਹਿ ਸਕਦਾ। ਔਰ ਜੇ ਬੇਸਿਕਲੀ ਦੇਖੀਏ ਮੂਲ ਰੂਪ ਦੇ ਵਿੱਚ ਤਾਂ ਉਹ ਪੰਜਾਬੀ ਹੈ ਜੀ, ਜਲੰਧਰ ਦਾ ਜੰਪਲ ਹੈ। ਉਹਦੇ ਪਿਤਾ ਜਿਹੜੇ ਹੈਗੇ ਹੈ ਉਹ ਵੀ ਬਹੁਤ ਵੱਡੇ ਵਕੀਲ ਹੁੰਦੇ ਸੀ, ਹੀਰਾ ਲਾਲ ਸਿੱਬਲ ਆਪਣੇ ਜ਼ਮਾਨੇ ਦੇ ਬਹੁਤ ਵੱਡੇ ਵਕੀਲ ਹੁੰਦੇ ਸੀ ਅਤੇ ਇਹ ਵੀ ਬਹੁਤ ਵੱਡੇ ਵਕੀਲ ਹੈ। ਪਿਛਲੇ ਦਿਨਾਂ ਦੇ ਵਿੱਚ ਕਈ ਚਰਚਿਤ ਮਾਮਲੇ ਹੈ ਜਿਹੜੇ ਇਹਨਾਂ ਨੇ ਉਹਨਾਂ ਦੀ ਵਕਾਲਤ ਕੀਤੀ ਹੈ ਔਰ ਉਹਦੇ ਵਿੱਚ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਸਭ ਤੋਂ ਪਹਿਲਾਂ ਲਾਈਮਲਾਈਟ ਦੇ ਵਿੱਚ ਇਹ ਉਦੋਂ ਆਏ ਸੀ ਜਦੋਂ ਇੱਕ ਰਾਮਾ ਸਵਾਮੀ ਨਾਂ ਦੇ ਚੀਫ ਜਸਟਿਸ ਹੁੰਦੇ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ। ਉਹਨਾਂ ਦੇ ਖਿਲਾਫ ਕਈ ਸਾਰੇ ਗੰਭੀਰ ਇਲਜ਼ਾਮ ਲੱਗੇ ਸੀ, ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸੀ ਔਰ ਉਹਨਾਂ ਦੇ ਖਿਲਾਫ ਇੱਕ ਇੰਪੀਚਮੈਂਟ ਦੀ ਕਾਰਵਾਈ ਜਿਹੜੀ ਹੈ ਸ਼ੁਰੂ ਹੋ ਗਈ ਸੀ। ਇੰਪੀਚਮੈਂਟ ਹੁੰਦੀ ਹੈ ਕਿ ਉਹ ਪਾਰਲੀਮੈਂਟ ਦੇ ਵਿੱਚ ਉਹਦੀ ਪ੍ਰਵਾਨਗੀ ਜ਼ਰੂਰੀ ਹੁੰਦੀ ਹੈ। ਜੇ ਕਿਸੇ ਜੱਜ ਨੂੰ ਉਹਦੇ ਤੋਂ ਹਟਾਉਣਾ ਤੁਸੀਂ, ਖਾਸ ਕਰਕੇ ਜੇ ਸੁਪਰੀਮ ਕੋਰਟ ਦਾ ਜੱਜ ਹੋਵੇ, ਤਾਂ ਉਹ ਇੰਪੀਚਮੈਂਟ ਉਹਨਾਂ ਦੀ ਜੇ ਆਖਰੀ ਮੌਕੇ ਦੇ ਉੱਤੇ ਜਾ ਕੇ ਅਸਫਲ ਹੋਈ ਸੀ, ਉਹਨਾਂ ਨੂੰ ਹਟਾਇਆ ਨਹੀਂ ਸੀ ਜਾ ਸਕਿਆ, ਤਾਂ ਉਹ ਕਪਿਲ ਸਿੱਬਲ ਵੱਲੋਂ ਜਿਹੜੀ ਉਹਨਾਂ ਦੀ ਵਕਾਲਤ ਕੀਤੀ ਗਈ ਸੀ, ਉਹਨਾਂ ਦੇ ਹੱਕ ਦੇ ਵਿੱਚ ਜੋ ਦਲੀਲਾਂ ਪੇਸ਼ ਕੀਤੀਆਂ ਗਈਆਂ ਸੀ, ਉਹਦੀ ਬਦੌਲਤੀ ਸੀ। ਔਰ ਉੱਥੋਂ ਹੀ ਕਪਿਲ ਸਿੱਬਲ ਜਿਹੜੇ ਨਰਸਿਮਹਾ ਰਾਓ ਦੇ ਧਿਆਨ ਵਿੱਚ ਆਏ ਸੀ ਅਤੇ ਨਰਸਿਮਹਾ ਰਾਓ ਦੀ ਪਹਿਲ ਕਦਮੀ 'ਤੇ ਉਹਨਾਂ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਸੀ। ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਵਿੱਚ ਉਹ ਮੰਤਰੀ ਵੀ ਰਹੇ ਹੈ, ਹਿਊਮਨ ਰਿਸੋਰਸਿਸ ਡਿਵੈਲਪਮੈਂਟ ਮਿਨਿਸਟਰੀ ਵਰਗੇ ਵੀ ਉਹਨਾਂ ਕੋਲ ਰਹੇ ਹੈ, ਕਾਨੂੰਨਦਾਨ ਉਹ ਬਹੁਤ ਵੱਡੇ ਹੈ। ਅਤੇ ਪਿਛਲੇ ਦਿਨਾਂ ਦੇ ਵਿੱਚ ਆਪਾਂ ਇੱਕ ਖਬਰ ਡਿਸਕਸ ਵੀ ਕੀਤੀ ਸੀ, ਤੁਹਾਡੇ ਧਿਆਨ 'ਚ ਹੀ ਹੋਣਾ, ਉਹ ਇਹ ਸੀ ਕਿ ਜਿਹੜੀ ਦੇਸ਼ ਧਰੋਹੀ ਦਾ ਕੇਸ ਹੈ, ਦੇਸ਼ ਧਰੋਹੀ ਦੇ ਕੇਸ ਨੂੰ ਧਾਰਾ 124A IPC ਨੂੰ ਕੁਝ ਲੋਕਾਂ ਨੇ ਚੁਣੌਤੀ ਦਿੱਤੀ ਹੋਈ ਹੈ, ਜਿਨ੍ਹਾਂ ਦੇ ਵਿੱਚ ਐਡੀਟਰਸ ਗਿਲਡ ਆਫ ਇੰਡੀਆ ਵੀ ਸੀ ਅਤੇ ਕੁਝ ਹੋਰ ਲੋਕ ਵੀ ਸੀ ਜੀ, ਜਿਨ੍ਹਾਂ ਨੇ ਚੁਣੌਤੀ ਦਿੱਤੀ ਹੋਈ ਸੀ। ਵਕੀਲ ਭਾਵੇਂ ਉਹਨਾਂ ਦੇ ਕੋਲੇ ਵੀ ਸੀ, ਲੇਕਿਨ ਅਦਾਲਤ ਨੇ ਇਹ ਮਹਿਸੂਸ ਕੀਤਾ ਕਿ ਇਹਨਾਂ ਸਾਰੇ ਵਕੀਲਾਂ ਦੇ ਵਿੱਚੋਂ ਠੀਕ ਤਰੀਕੇ ਦੇ ਨਾਲ ਕੌਣ ਆਪਣਾ ਪੱਖ ਪੇਸ਼ ਕਰ ਸਕਦਾ ਹੈ, ਜਿਹੜੇ ਇਸ ਕਾਨੂੰਨ ਦੇ ਖਿਲਾਫ ਆ, ਜਿਹੜੇ ਚਾਹੁੰਦੇ ਆ ਕਿ 124A ਖਤਮ ਹੋਵੇ, ਔਰ ਸਾਰੇ ਵਕੀਲਾਂ ਦੇ ਵਿੱਚੋਂ ਠੀਕ ਤਰੀਕੇ ਦੇ ਨਾਲ ਕੌਣ ਜਿਹੜਾ ਹੈਗਾ ਰਿਪਰੈਜ਼ੈਂਟ ਕਰ ਸਕਦਾ ਹੈ।
ਤਾਂ ਫਿਰ ਅਦਾਲਤ ਨੇ ਕਿਹਾ ਸੀ ਕਿ ਇਹ ਜ਼ਿੰਮੇਵਾਰੀ ਹੈ ਜਿਹੜੀ ਕਪਿਲ ਸਿੱਬਲ ਨੂੰ ਦਿੱਤੀ ਜਾਵੇ ਕਿ ਅੱਛਾ ਕਪਿਲ ਜੀ। ਸਿੱਬਲ ਹੀ ਉਹਨੂੰ ਲੀਡ ਕਰਨ, ਠੀਕ ਹੈ ਵਕੀਲਾਂ ਜੀ। ਦੇ ਉਸ ਗਰੁੱਪ ਨੂੰ, ਤੇ ਉਹਨਾਂ ਨੇ ਲੀਡ ਕੀਤੀ। ਫਿਰ ਤੁਸੀਂ ਦੇਖਿਆ ਹੋਣਾ ਕਿ ਉਸ ਜਿਹੜੀ ਹੈਗੇ ਕਾਨੂੰਨ ਨੂੰ 124A ਨੂੰ ਮਾਣਯੋਗ ਅਦਾਲਤ ਨੇ ਇੱਕ ਤਰ੍ਹਾਂ ਦਾ ਸਟੇ ਕਰ ਦਿੱਤਾ। ਜੀ। ਭਾਰਤ ਸਰਕਾਰ ਨੂੰ ਹਦਾਇਤ ਦੇ ਦਿੱਤੀ ਹੈ ਕਿ ਭਵਿੱਖ ਦੇ ਵਿੱਚ ਤੁਸੀਂ ਕੋਈ ਵੀ ਕੇਸ ਇਸ ਧਾਰਾ ਦੇ ਤਹਿਤ ਦਰਜ ਨਹੀਂ ਕਰੋਗੇ, ਔਰ ਜਿਨ੍ਹਾਂ ਲੋਕਾਂ ਨੂੰ ਇਸ ਧਾਰਾ ਦੇ ਤਹਿਤ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਹੋਇਆ ਹੈ, ਉਹ ਲੋਕ ਆਪਣੀਆਂ ਬੇਲ ਐਪਲੀਕੇਸ਼ਨਾਂ ਫਾਈਲ ਕਰ ਸਕਦੇ, ਤੇ ਉਹ ਫਾਈਲ ਕਰ ਵੀ ਰਹੇ ਹੈ। ਕੁਝ ਲੋਕਾਂ ਨੂੰ ਜ਼ਮਾਨਤਾਂ ਮਿਲ ਵੀ ਗਈਆਂ ਉਹਦੇ ਵਿੱਚ। ਸਾਡੇ ਪੱਤਰਕਾਰ ਵੀ ਕਈ ਸਾਰੇ ਹੈਗੇ ਆ, ਉਹ ਵੀ ਜ਼ਮਾਨਤਾਂ ਦੇ ਮਿਲ ਦੇ ਆਸ ਦੇ ਵਿੱਚ ਬੈਠੇ ਹੈ, ਕਈਆਂ ਨੇ ਉਹ ਪਾ ਦਿੱਤੀਆਂ। ਉਦੋਂ ਇਹਨਾਂ ਦੀ ਚਰਚਾ ਬਹੁਤ ਹੋਈ ਸੀ। ਫਿਰ ਇਹਨਾਂ ਦੀ ਚਰਚਾ ਉਦੋਂ ਹੁੰਦੀ ਹੈ ਜਦੋਂ ਆਜ਼ਮ ਖਾਨ ਨੂੰ ਇਹਨਾਂ ਨੇ ਬੇਲ ਦਵਾਈ ਹੈ। ਆਜ਼ਮ ਖਾਨ ਬਾਰੇ ਆਪਾਂ ਜਾਣਦੇ ਜੀ, ਹਾਂ ਬਿਲਕੁਲ ਵੀ ਉਹ ਜੀ ਯੂਪੀ ਦੇ ਜਿਹੜੇ ਸਮਾਜਵਾਦੀ ਪਾਰਟੀ ਦੇ ਲੀਡਰ ਹੈ, ਜੀ। ਲੋਕ ਸਭਾ ਦੇ ਮੈਂਬਰ ਵੀ ਰਹੇ ਆ ਉਹ, ਆਪਣਾ ਰਾਮਪੁਰ ਤੋਂ। ਇਹਨਾਂ ਚੋਣਾਂ ਦੇ ਵਿੱਚ ਉਹ ਤੇ ਉਹਨਾਂ ਦਾ ਬੇਟਾ ਦੋਨਾਂ ਨੇ ਸਮਾਜਵਾਦੀ ਪਾਰਟੀ ਵੱਲੋਂ ਚੋਣਾਂ ਲੜੀਆਂ ਸੀ, ਤੇ ਦੋਨੇ ਹੀ MLA ਬਣ ਗਏ। ਅੱਛਾ ਜੀ। ਮੇਰੇ ਖਿਆਲ ਮੁਤਾਬਕ ਉਹਨਾਂ ਦੇ ਖਿਲਾਫ 78-79 ਮੁਕੱਦਮੇ ਦਰਜ ਹੋਏ ਹੈ, ਜਿੱਦੇ ਦੀ ਅੱਛਾ ਯੋਗੀ ਜੀ। ਸਰਕਾਰ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਜੀ। ਇੱਕ ਕੇਸ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਮਿਲਦੀ ਹੈ, ਤੇ ਨਾਲ ਦੀ ਨਾਲ ਹੀ ਜੇਲ੍ਹ ਚੋਂ ਰਿਹਾ ਹੋਣ ਤੋਂ ਪਹਿਲਾਂ ਹੀ ਦੂਜਾ ਕੇਸ ਉਹਨਾਂ ਤੇ ਦਰਜ ਹੋ ਜਾਂਦਾ ਸੀ, ਉਹਨਾਂ ਦੀ ਗ੍ਰਿਫਤਾਰੀ ਹੋ ਜਾਂਦੀ ਸੀ। ਉਹ ਕੇਸ ਵੀ ਕਪਿਲ ਸਿੱਬਲ ਹੋਰਾਂ ਨੇ ਲੜਿਆ ਸੀ। ਔਰ ਤੁਸੀਂ ਦੇਖੋ ਕਿ ਧਾਰਾ 142 ਜਿਹੜੀਆਂ ਬੜੀਆਂ ਅਥਾਹ ਪਾਵਰਾਂ ਦਿੰਦੀ ਹੈ, ਧਾਰਾ 142 ਕੰਸਟੀਟਿਊਸ਼ਨ ਦੀ, ਆਰਟੀਕਲ 142 ਆਪਾਂ ਕਹਿ ਦਈਏ ਕਿ ਜੀ। ਸੁਪਰੀਮ ਕੋਰਟ ਆਪਣੀ ਮਰਜ਼ੀ ਨਾਲ ਕੋਈ ਵੀ ਫੈਸਲਾ ਕਰ ਸਕਦੀ ਹੈ, ਤੇ ਉਹਨਾਂ ਤਾਕਤਾਂ ਦਾ ਇਸਤੇਮਾਲ ਕਰਦਿਆਂ ਉਹਨਾਂ ਨੇ ਮਿਸਟਰ ਜਿਹੜੇ ਹੈਗੇ ਆਜ਼ਮ ਖਾਨ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦਿੱਤੀ ਸੀ, ਤੇ ਹੁਣ ਇਸ ਵੇਲੇ ਬਾਹਰ ਹੈ। ਇਹਨਾਂ ਨੇ ਲਾਲੂ ਪ੍ਰਸਾਦ ਯਾਦਵ ਦੀ ਵੀ ਵਕਾਲਤ ਕੀਤੀ ਹੈ, ਔਰ ਜਿਹੜੇ ਸੁਰੇਨ ਸਾਹਿਬ ਹੈ ਉੱਥੋਂ ਵਾਲੇ ਝਾਰਖੰਡ ਦੇ ਵਾਲੇ। ਮੁੱਖ ਮੰਤਰੀ ਹਿਮੰਤ ਸੋਰੇਨ, ਉਹਨਾਂ ਦੀ ਵੀ ਇਹਨਾਂ ਨੇ ਵਕਾਲਤ ਕੀਤੀ ਹੈ। ਬਹੁਤ ਵੱਡੇ ਵਕੀਲ ਹੈ। ਤੇ ਜੇ ਆਪਾਂ ਇਹ ਦੇਖੀਏ ਤਾਂ ਮੈਨੂੰ ਜਿੰਨੀ ਕਿ ਇਹਨਾਂ ਬਾਰੇ ਜਾਣਕਾਰੀ ਮਿਲੀ ਹੈ ਕਿ ਇਹਨਾਂ ਨੇ ਜਦੋਂ ਲਾ ਕੀਤਾ ਸੀ, ਇਹ ਜਲੰਧਰ ਦੇ ਵਿੱਚ ਇਹਨਾਂ ਨੇ ਮੁੱਢਲੀ ਪੜ੍ਹਾਈ ਜਲੰਧਰ 'ਚੋਂ ਕੀਤੀ। ਫਿਰ ਜਿਹੜੀ ਹੈਗੀ ਹੈ ਗ੍ਰੈਜੂਏਸ਼ਨ ਇਹਨਾਂ ਨੇ ਸੇਂਟ ਸਟੀਫਨ ਕਾਲਜ ਆ ਜਿਹੜਾ, ਉੱਥੋਂ ਕੀਤੀ। ਉੱਥੋਂ ਹੀ ਇਹਨਾਂ ਨੇ LLB ਕਰ ਲਈ ਸੀ। LLB ਕਰਨ ਤੋਂ ਬਾਅਦ ਇਹਨੇ 72-73 ਦੇ ਵਿੱਚ UPSC ਦੀ ਜਿਹੜੀ ਹੈਗੀ ਹੈ ਇਮਤਿਹਾਨ ਦੇ ਵਿੱਚ ਇਹ ਬੈਠੇ, ਔਰ ਉਹ ਇਮਤਿਹਾਨ ਇਹਨਾਂ ਨੇ ਪਾਸ ਕੀਤਾ। IAS ਕਾਡਰ 'ਚ ਚਲੇ ਗਏ ਸੀ। ਅੱਛਾ ਜੀ। ਲੇਕਿਨ ਇਹਨਾਂ ਨੇ IAS ਦੀ ਨੌਕਰੀ ਜਿਹੜੀ ਹੈਗੀ ਜੁਆਇਨ ਕਰਨ ਦੀ ਬਜਾਏ ਇਹ ਕਹਿਤਾ ਸੀ ਕਿ ਮੈਂ ਤਾਂ ਵਕਾਲਤੀ ਕਰਨੀ ਹੈ। ਤੇ ਫਿਰ ਇਹਨਾਂ ਨੇ ਵਿਦੇਸ਼ ਦੇ ਵਿੱਚੋਂ ਜਾ ਕੇ LLM ਕੀਤੀ। ਐਡਾ ਵੱਡਾ ਉਹਨਾਂ ਦਾ ਨਾਂ, ਐਡਾ ਵੱਡਾ ਰੁਤਬਾ ਹੈ। ਇਹਨਾਂ ਦੇ ਪਿਤਾ ਸ਼੍ਰੀ ਵੀ ਬਹੁਤ ਵੱਡੇ ਵਕੀਲ ਰਹੇ ਆਪਦੇ 'ਚ। ਹੁਣ ਉਹ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਦਾ ਵੱਡਾ ਨਾਂ ਸੀ। ਕਾਂਗਰਸ ਪਾਰਟੀ ਜਦੋਂ 5 ਸੂਬਿਆਂ ਦੀਆਂ ਚੋਣਾਂ ਹਾਰ ਗਈ ਸੀ, ਉਸ ਵੇਲੇ G23 ਦੇ ਬਾਕੀ ਲੀਡਰਾਂ ਦੇ ਨਾਲ ਮਿਲ ਕੇ ਇਹਨਾਂ ਨੇ ਵੀ ਇਸ ਮਾਮਲੇ ਨੂੰ ਉਠਾਇਆ ਸੀ ਕਿ ਸਾਨੂੰ ਘੱਟੋ ਘੱਟ ਜਿਹੜਾ ਹੈਗਾ ਇੱਕ ਅਜਿਹੀ ਲੀਡਰਸ਼ਿਪ ਦੀ ਲੋੜ ਹੈ ਜਿਹੜੀ 24 ਘੰਟੇ 7 ਦਿਨ 12 ਮਹੀਨੇ 30 ਦਿਨ ਜਿਹੜੀ ਹੈਗੀ ਹੈ ਉਹ ਭਾਰਤ ਦੇ ਵਿੱਚ ਰਵੇ। ਉਹ ਲੀਡਰ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਜਿਹੜੀ ਹੈਗੀ ਹੈ ਸਹਾਈ ਹੋਵੇ, ਭਾਵੇਂ ਉਹ ਲੀਡਰਸ਼ਿਪ ਜਿਹੜੀ ਹੈਗੀ ਹੈ ਨਹਿਰੂ ਗਾਂਧੀ ਖਾਨਦਾਨ ਚੋਂ ਕਿਉਂ ਨਾ ਹੋਵੇ। ਪਰ ਨਾਲ ਕੰਡੀਸ਼ਨ ਸੀ ਕਿ ਕਾਂਗਰਸ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇ। ਜਿਹੜੀ CWC ਹੈ, ਕਾਂਗਰਸ ਵਰਕਿੰਗ ਕਮੇਟੀ ਹੈ, ਉਹਦੀਆਂ ਤੁਰੰਤ ਚੋਣਾਂ ਕਰਵਾਈਆਂ ਜਾਣ। ਉਸ ਤੋਂ ਬਾਅਦ ਪਾਰਲੀਮੈਂਟਰੀ ਬੋਰਡ ਹੈ ਜਿਹਨੇ ਟਿਕਟਾਂ ਦਾ ਫੈਸਲਾ ਕਰਨਾ, ਉਹ ਬਣਾਇਆ ਜਾਵੇ। ਤੇ ਨਾਲ ਇਹ ਸੀ ਕਿ ਸਟੇਟਾਂ ਦੀ ਜਿਹੜੀ ਲੀਡਰਸ਼ਿਪ ਹੈ, ਸਟੇਟਾਂ ਦੀ ਲੀਡਰਸ਼ਿਪ ਦੀਆਂ ਚੋਣਾਂ ਕਰਵਾਈਆਂ ਜਾਣ, ਔਰ ਸਟੇਟਾਂ ਦੀ ਲੀਡਰਸ਼ਿਪ ਨੂੰ ਆਪਣੀਆਂ ਸਟੇਟਾਂ ਦੇ ਵਿੱਚ ਫੈਸਲੇ ਕਰਨ ਦੇ ਲਈ ਖੁਦ ਮੁਖਤਿਆਰੀ ਦਿੱਤੀ ਜਾਵੇ। ਜਿਹੜੀ ਸਟੇਟਾਂ ਦੇ ਉੱਤੇ ਕੁੰਜੀ ਲਾਈ ਜਾਂਦੀ ਹੈ ਇੰਚਾਰਜਾਂ ਵਾਲੀ, ਉਹਦੀ ਬਜਾਏ ਸਟੇਟਾਂ ਆਪਣੇ ਪੱਧਰ ਦੇ ਉੱਤੇ ਦੇਖਣ ਕਿ ਉਹਨਾਂ ਦੇ ਸੂਬੇ ਦੀ ਹਾਲਤ ਕੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਕੀ ਕੀ ਫੈਸਲੇ ਕਰਨੇ ਉਹ ਆਪਦੇ ਕਰ ਸਕਣ। ਇਹ ਇਹਨਾਂ ਨੇ ਗੱਲਾਂ ਕੀਤੀਆਂ ਸੀ, ਲੇਕਿਨ ਇਹਨਾਂ ਦੀਆਂ ਗੱਲਾਂ ਪ੍ਰਵਾਨ ਨਹੀਂ ਹੋਈਆਂ ਸੀ। ਔਰ ਉਹ ਤੋਂ ਬਾਅਦ ਫਿਰ ਇਹ ਕਾਫੀ ਨਾਰਾਜ਼ ਰਹੇ। ਪਿੱਛੇ ਜਿਹੜੀ ਉਦੈਪੁਰ ਦੇ ਵਿੱਚ ਇਹਨਾਂ ਦਾ ਚਿੰਤਨ ਮੰਥਨ ਹੋਇਆ ਸੀ, ਉਹਦੇ ਵਿੱਚ ਵੀ ਇਹਨਾਂ ਨੇ ਸ਼ਮੂਲੀਅਤ ਨਹੀਂ ਸੀ ਕੀਤੀ। ਉਦੋਂ ਹੀ ਲੱਗਦਾ ਸੀ ਕਿ ਸ਼ਾਇਦ ਇਹ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦੇਣ। ਕੱਲ੍ਹ ਅਚਨਚੇ ਤੋਂ ਉਸ ਵੇਲੇ ਆ ਗਏ ਖਬਰਾਂ ਦੇ ਵਿੱਚ ਜਦੋਂ ਉਹਨਾਂ ਨੇ ਅਖਿਲੇਸ਼ ਯਾਦਵ ਔਰ ਰਾਮ ਗੋਪਾਲ ਨੂੰ ਨਾਲ ਲੈ ਕੇ ਉਹਨਾਂ ਦੇ ਦਫ਼ਤਰ ਦੇ ਵਿੱਚੋਂ ਜਾ ਕੇ ਇੰਡੀਪੈਂਡੈਂਟ ਤੌਰ 'ਤੇ ਆਪਣਾ ਨੋਮੀਨੇਸ਼ਨ ਪੇਪਰ ਰਾਜ ਸਭਾ ਲਈ ਫਾਈਲ ਕਰ ਦਿੱਤਾ ਜੀ। ਭਾਵੇਂ ਨੋਮੀਨੇਸ਼ਨ ਪੇਪਰ ਉਹਨਾਂ ਨੇ ਆਜ਼ਾਦ ਉਮੀਦਵਾਰ ਵਜੋਂ ਫਾਈਲ ਕੀਤਾ ਹੈ, ਲੇਕਿਨ ਇਹ ਐਲਾਨ ਕਰਤਾ ਸਮਾਜਵਾਦੀ ਪਾਰਟੀ ਨੇ ਕਿ ਅਸੀਂ ਤਰਜੀਹ ਦੇਵਾਂਗੇ ਉਹਨਾਂ ਨੂੰ ਜਿਤਾਉਣ ਵਾਸਤੇ, ਔਰ ਆਪਣੀ ਪਾਰਟੀ ਵੱਲੋਂ ਅਸੀਂ ਉਹਨਾਂ ਦੀ ਮਦਦ ਕਰਾਂਗੇ। ਨਾਲ ਹੀ ਜਯੰਤ ਚੌਧਰੀ ਹੈ, ਕੱਲ੍ਹ ਇਹਨਾਂ ਨੇ ਨੋਮੀਨੇਸ਼ਨ ਪੇਪਰ ਫਾਈਲ ਕੀਤੇ। ਅੱਜ ਦੂਜੇ ਨੰਬਰ ਦੇ ਉੱਤੇ ਜਯੰਤ ਚੌਧਰੀ
ਜਿਹੜੇ ਚੌਧਰੀ ਅਜੀਤ ਸਿੰਘ ਦੇ ਸੁਪੁੱਤਰ ਹੈ ਔਰ ਅੱਛਾ ਜੀ। ਮਰਹੂਮ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਪੋਤਰੇ ਹੈ, ਉਹਨਾਂ ਨੂੰ ਵੀ ਉਹਨਾਂ ਨੇ ਕੈਂਡੀਡੇਟ ਬਣਾਇਆ ਅਤੇ ਉਹ ਵੀ ਸਮਾਜਵਾਦੀ ਪਾਰਟੀ ਤੇ ਜਿਹੜੀ ਹੈਗੀ ਹੈ ਤੁਹਾਡੀ ਉਹਨਾਂ ਦੀ ਆਪਣੀ ਪਾਰਟੀ ਰਾਸ਼ਟਰੀ ਲੋਕ ਦਲ ਕੁਛ ਰਾਸ਼ਟਰੀ ਕੁਛ ਇਹੋ ਜਿਹਾ ਨਾਮ ਉਹਨਾਂ ਦਾ ਹੈ, RLD ਰਾਸ਼ਟਰੀ ਲੋਕ ਦਲ ਹੀ ਹੈ, ਰਾਸ਼ਟਰੀ ਲੋਕ ਦਲ ਵੱਲੋਂ ਉਹ ਸਾਂਝੇ ਉਮੀਦਵਾਰ ਹੋਣਗੇ। ਸੋ ਹੁਣ ਉਹ ਛੱਡ ਕੇ ਚਲੇ ਗਏ। ਅਤੇ ਫਿਰ ਕੱਲ੍ਹ ਪੱਤਰਕਾਰਾਂ ਨੇ ਪੁੱਛਿਆ ਵੀ ਤੁਸੀਂ ਕਾਂਗਰਸ ਪਾਰਟੀ 'ਚੋਂ? ਉਹ ਕਹਿੰਦੇ ਕਾਂਗਰਸ ਪਾਰਟੀ ਤਾਂ ਮੈਂ 16 ਤਾਰੀਖ ਨੂੰ ਛੱਡਤੀ ਸੀ ਅਤੇ ਮੈਂ ਇੱਧਰ ਚਲਾ ਗਿਆ। ਹੁਣ ਅੱਛਾ ਦੇਖਣ ਜੀ। ਵਾਲੀ ਗੱਲ ਹੈ ਕਿ ਇਹਦਾ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਝਟਕਾ ਹੈ। ਬਿਲਕੁਲ ਇਹ ਜੀ। ਇਕੱਲਾ ਕਪਲ ਸਿੱਬਲ ਦੀ ਗੱਲ ਨਹੀਂ, ਤੁਸੀਂ ਦੇਖੋ ਪਿਛਲੇ ਦਿਨਾਂ 'ਚ ਕਿੰਨੇ ਲੋਕ ਛੱਡ ਕੇ ਚਲੇ ਗਏ। ਜੀ। ਜਿਹੜੇ ਆਪਣੇ ਹਾਰਦਿਕ ਪਟੇਲ ਹੈ, ਜੀ। ਉਹ ਗੁਜਰਾਤ ਦੀ ਕਾਂਗਰਸ ਪਾਰਟੀ ਦੇ ਵਰਕਿੰਗ ਪ੍ਰੈਜ਼ੀਡੈਂਟ ਸੀ, ਉਹ ਛੱਡ ਕੇ ਚਲੇ ਗਏ। ਇਸੇ ਤਰੀਕੇ ਦੇ ਆਪਾਂ ਦੇਖੀਏ ਜੋਤਿਰਾਦਿੱਤਿਆ ਸਿੰਧੀਆ ਬਹੁਤ ਵੱਡਾ ਨਾਂ, ਉਹ ਵੀ ਛੱਡ ਕੇ ਚਲੇ ਗਏ। ਫਿਰ ਅਸੀਂ ਪੰਜਾਬ ਦੇ ਲੀਡਰ ਦੀ ਗੱਲ ਕਰੀਏ ਅਸ਼ਵਨੀ ਜੀ। ਕੁਮਾਰ ਵੀ ਬੜਾ ਵੱਡਾ ਲੀਡਰ ਸੀ ਕਾਂਗਰਸ ਪਾਰਟੀ ਦਾ, ਔਰ ਜੱਦੀ ਪੁਸ਼ਤੀ ਉਹ ਕਾਂਗਰਸੀ ਸੀ। ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਵਿੱਚ ਉਹ ਕਾਨੂੰਨ ਮੰਤਰੀ ਹੁੰਦੇ ਸੀ, ਉਹ ਵੀ ਛੱਡ ਕੇ ਚਲੇ ਗਏ। ਜੋਤਿਰਾਦਿੱਤਿਆ ਸਿੰਧੀਆ ਰਾਜੀਵ ਉਹਦਾ ਬਾਪ ਜਿਹੜਾ ਹੈਗਾ ਮਾਧਵਰਾਓ ਸਿੰਧੀਆ ਰਾਜੀਵ ਗਾਂਧੀ ਦਾ ਦੋਸਤ ਹੁੰਦਾ ਸੀ। ਇਹ ਦੋਨੇ ਜਿਹੜੇ ਹੈਗੇ ਆ ਜੋਤਿਰਾਦਿੱਤਿਆ ਸਿੰਧੀਆ ਅਤੇ ਰਾਹੁਲ ਗਾਂਧੀ ਵੀ ਦੋਸਤ ਹੁੰਦੇ ਸੀ, ਉਹ ਵੀ ਛੱਡ ਗਿਆ। ਕੁੱਲ ਮਿਲਾ ਕੇ ਦੇਖੀਏ ਤਾਂ ਆਪਾਂ ਕਾਂਗਰਸ ਪਾਰਟੀ ਦੀ ਹਾਲਤ, ਜਿਵੇਂ ਪਹਿਲਾਂ ਸਟੇਟ ਦੀ ਗੱਲ ਕਰਦੇ ਹਾਂ ਆਪਾਂ, ਤਾਂ ਨੈਸ਼ਨਲ ਲੈਵਲ 'ਤੇ ਵੀ ਹਾਲਤ ਇਹਨਾਂ ਦੀ ਕਾਫੀ ਮਾੜੀ ਹੈ। ਇਹ ਇੱਕ ਵੱਡਾ ਘਾਟਾ ਹੈ। ਔਰ ਕੱਲ੍ਹ ਜਿਹੜੀ ਵੱਡੀ ਗੱਲ ਕਹੀ ਹੈ ਕਪਲ ਸਿੱਬਲ ਨੇ, ਉਹਨੇ ਕਹੀ ਹੈ ਕਿ ਮੈਂ ਘੱਟੋ ਘੱਟ ਜਿਹੜੀਆਂ ਹੈਗੀਆਂ BJP ਵਿਰੋਧੀ ਪਾਰਟੀਆਂ, ਉਹਨਾਂ ਨੂੰ ਇੱਕ ਮੁੱਠ ਕਰਨ ਦੀ ਮੈਂ ਕੋਸ਼ਿਸ਼ ਕਰੂੰਗਾ। ਇੱਕ ਅਜਿਹਾ ਫਰੰਟ ਬਣਾਇਆ ਜਾਵੇ ਜਿਹੜਾ BJP ਦਾ ਮੁਕਾਬਲਾ ਕਰ ਸਕੇ। ਮਤਲਬ ਵਿਚਾਰਧਾਰਕ ਤੌਰ 'ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਭਾਵੇਂ ਉਹਨੇ ਕਾਂਗਰਸ ਪਾਰਟੀ ਛੱਡਤੀ, ਲੇਕਿਨ ਬਾਕੀ ਆਗੂਆਂ ਵਾਂਗ ਉਹਨੇ BJP ਜੁਆਇਨ ਨਹੀਂ ਕੀਤੀ, ਸਗੋਂ BJP ਦੇ ਵਿਰੋਧ ਵਿੱਚ ਜਿਹੜੀ ਸਮਾਜਵਾਦੀ ਪਾਰਟੀ ਖੜੀ ਹੈ ਉਹਦੀ ਮਦਦ ਲੈ ਕੇ ਉਹ ਰਾਜ ਸਭਾ ਦੇ ਵਿੱਚ ਆਪਣੀ ਐਂਟਰੀ ਪਾ ਰਹੇ ਹੈ। ਇਹਦੇ ਨਾਲ ਜਿਹੜੇ ਬੇਨੂ ਗੋਪਾਲ ਹੈ ਕਾਂਗਰਸ ਪਾਰਟੀ ਦੇ ਆਰਗੇਨਾਈਜੇਸ਼ਨ ਦੇ ਇੰਚਾਰਜ ਹੈ, ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਸੰਭਾਵਨਾਵਾਂ ਬਹੁਤ ਜ਼ਿਆਦਾ ਹੈ, ਕਾਂਗਰਸ ਪਾਰਟੀ ਬੜੀ ਮਜ਼ਬੂਤ ਹੋਊ, ਇੱਕ ਦੋ ਬੰਦਿਆਂ ਦੇ ਛੱਡਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਅਤੇ ਉਹਨਾਂ ਨੇ ਇੱਕ ਕਿਸਮ ਦਾ ਇਲਜ਼ਾਮ ਲਾਇਆ ਕਪਲ ਸਿੱਬਲ ਦੇ ਉੱਤੇ ਕਿ ਇੱਕ ਰਾਜ ਸਭਾ ਦੀ ਸੀਟ ਵਾਸਤੇ ਇਹ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਗਈ। ਜੀ ਜੀ ਜੀ। ਸੋ ਇਹ ਸੀ ਕਾਂਗਰਸ ਦੇ ਜਿਹੜਾ ਕੌਮੀ ਪੱਧਰ ਦੇ ਉੱਤੇ ਘਮਾਸਾਨ ਪਿਆ ਹੈ ਉਸ ਦੇ ਬਾਰੇ। ਅਤੇ ਇਸੇ ਦੌਰਾਨ ਪੰਜਾਬ ਦੇ ਵਿੱਚ ਜਿਹੜੇ ਕਾਂਗਰਸ ਦੇ ਇਸ ਸਮੇਂ ਸਰਗਰਮ ਆਗੂ ਨੇ ਜੀ ਸੁਖਪਾਲ ਖਹਿਰਾ, ਉਹਨਾਂ ਵੱਲੋਂ ਇੱਕ ਮੰਗ ਉਠਾਈ ਜਾ ਰਹੀ ਹੈ ਕਿ ਵਿਜੇ ਸਿੰਗਲਾ ਦੀ ਆਡੀਓ ਜਿਹੜੀ ਹੈ ਉਹ ਜਨਤਕ ਕੀਤੀ ਜਾਵੇ। ਸੋ ਕਿਵੇਂ ਦੇਖਦੇ ਹੋ ਸੁਖਪਾਲ ਖਹਿਰਾ ਦੀ ਇਸ ਮੰਗ ਨੂੰ? ਦੇਖੋ, ਸੁਖਪਾਲ ਸਿੰਘ ਖਹਿਰਾ ਬੜੇ ਚਰਚਿਤ ਆਗੂ ਹੈ ਜੀ। ਕਦੇ ਉਹ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਵੱਡੀ ਪੋਜੀਸ਼ਨ ਦੇ ਉੱਤੇ ਹੁੰਦੇ ਸੀ, ਔਰ ਬਾਅਦ ਦੇ ਵਿੱਚ ਫਿਰ ਉਹ ਆਮ ਆਦਮੀ ਪਾਰਟੀ ਚਲੇ ਗਏ ਸੀ, ਵਿਰੋਧੀ ਧਿਰ ਦੇ ਆਗੂ ਵੀ ਬਣ ਗਏ ਸੀ। 2017 ਦੀ ਜਿਹੜੀ ਚੋਣ ਹੋਈ ਸੀ, ਫਿਰ ਆਮ ਆਦਮੀ ਪਾਰਟੀ ਦੇ ਵਿੱਚੋਂ ਵੀ ਉਹਨਾਂ ਨੂੰ ਜਦੋਂ ਉਹਨਾਂ ਨੇ ਖੁਦ ਮੁਖਤਿਆਰੀ ਦੀ ਗੱਲ ਕੀਤੀ ਸੀ, ਖਾਸ ਕਰਕੇ ਜਦੋਂ ਕੇਜਰੀਵਾਲ ਨੇ ਮੁਆਫੀ ਮੰਗ ਲਈ ਸੀ ਬਿਕਰਮ ਸਿੰਘ ਮਜੀਠੀਆ ਤੋਂ, ਉਦੋਂ ਉਹਨਾਂ ਨੇ ਵਿਰੋਧ ਕੀਤਾ ਸੀ। ਔਰ ਉਹਨਾਂ ਨੇ ਕਿਹਾ ਸੀ ਕਿ ਰਾਜਾਂ ਨੂੰ ਆਪਣੇ ਫੈਸਲੇ ਆਪ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਕੁਝ ਹੋਰ MLA ਦੇ ਨਾਲ, ਅਤੇ ਉਹਨਾਂ ਨੂੰ ਵਿਰੋਧੀ ਧਿਰ ਦੇ ਆਗੂ ਤੋਂ ਹਟਾਤਾ ਸੀ। ਫਿਰ ਉਹਨਾਂ ਨੇ ਆਪਣੀ ਪਾਰਟੀ ਬਣਾ ਲਈ ਸੀ। ਭਾਵੇਂ ਲੋਕ ਸਭਾ ਦੀ ਚੋਣ ਵੀ ਉਹਨਾਂ ਨੇ ਆਪਣੀ ਪਾਰਟੀ ਵੱਲੋਂ ਬਠਿੰਡੇ ਤੋਂ ਲੜੀ ਸੀ, ਲੇਕਿਨ ਉਹ ਸਫਲ ਨਹੀਂ ਸੀ ਹੋ ਸਕੇ। ਔਰ ਫਿਰ ਦੁਬਾਰਾ ਕਾਂਗਰਸ ਪਾਰਟੀ ਦੇ ਵਿੱਚ ਆ ਗਏ ਸੀ। ਅੱਜ ਕੱਲ੍ਹ ਉਹ ਕਾਂਗਰਸ ਪਾਰਟੀ 'ਚ ਹੈ। ਕੱਲ੍ਹ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਵੈਸੇ ਇਸ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਉਹਨਾਂ ਨੇ ਇੱਕ ਐਕਸਰਸਾਈਜ਼ ਕੀਤੀ ਸੀ, ਲੋਕਾਂ ਨੂੰ ਇੱਕ ਸੱਦਾ ਦਿੱਤਾ ਸੀ ਕਿ ਉਹ ਲੋਕ ਜਿਹੜੇ ਆਬਾਦਕਾਰ ਹੈ, ਜਿਹੜੇ ਛੋਟੇ ਛੋਟੇ ਜ਼ਮੀਨੀ ਟੁਕੜਿਆਂ ਦੇ ਉੱਤੇ ਕਾਬਜ਼ ਹੈ, ਔਰ ਬੜੇ ਲੰਬੇ ਸਮੇਂ ਤੋਂ ਕਾਬਜ਼ ਹੈ, ਆਜ਼ਾਦੀ ਦੇ ਜ਼ਮਾਨੇ ਤੋਂ ਵੀ ਕਈ ਤਾਂ ਕਾਬਜ਼ ਹੈ, 3-3 4-4 ਪੀੜ੍ਹੀਆਂ ਹੋ ਗਈਆਂ, ਉਹਨਾਂ ਨੂੰ ਜਿਵੇਂ ਸਰਕਾਰੀ ਜ਼ਮੀਨਾਂ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ ਮੌਜੂਦਾ ਸਰਕਾਰ ਨੇ, ਅਤੇ ਉਹਨਾਂ ਨੂੰ ਬੇਦਖਲ ਕੀਤਾ ਜਾ ਰਿਹਾ ਜ਼ਮੀਨਾਂ 'ਚ। ਉਹ ਆ ਕੇ ਆਪਣੀ ਗੱਲ ਰੱਖਣ। ਉਹਨਾਂ ਨੂੰ ਬੁਲਾਇਆ ਸੀ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਦੇ ਵਿੱਚ। ਉਦੋਂ ਉਹਨਾਂ ਦੀ ਆਪਣੀ ਸਿਹਤ ਜਿਹੜੀ ਉਹ ਨਾਸਾਜ਼ ਸੀ, ਇਸ ਲਈ ਉਹਨਾਂ ਦੀ ਜਿਹੜੀ ਲੀਗਲ ਟੀਮ ਸੀ, ਉਸ ਲੀਗਲ ਟੀਮ ਨੇ ਉਹਨਾਂ ਨਾਲ ਗੱਲਬਾਤ ਕੀਤੀ, ਔਰ ਉਹ ਲੀਗਲ ਟੀਮ ਨੇ ਜੋ ਉੱਥੋਂ ਨਤੀਜਾ ਕੱਢਿਆ ਉਹ ਲੈ ਕੇ ਕੱਲ੍ਹ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਅਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਜਿੱਥੇ ਉਹਨਾਂ ਨੇ ਇਸ ਗੱਲ ਨੂੰ ਉਠਾਇਆ ਬੜੀ ਬਾਖੂਬੀ ਕਿ ਵੱਡੇ ਮਗਰਮੱਛਾਂ ਦੀ ਬਜਾਏ ਛੋਟੇ ਛੋਟੇ ਆਬਾਦਕਾਰਾਂ ਨੂੰ ਕਿਉਂ ਉਜਾੜਿਆ ਜਾ ਰਿਹਾ ਹੈ। ਜੇ ਸੱਚਮੁੱਚ ਹੀ ਸਰਕਾਰ ਕੁਝ ਕਰਨਾ ਚਾਹੁੰਦੀ ਹੈ ਤਾਂ ਜਸਟਿਸ ਕੁਲਦੀਪ ਸਿੰਘ ਹੋਰਾਂ ਦੀ ਜਿਹੜੀ ਰਿਪੋਰਟ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦਿੱਤੀ ਸੀ, ਜਿਹਦੇ ਵਿੱਚ ਉਹਨਾਂ ਨੇ ਸਪਸ਼ਟ ਕਿਹਾ ਸੀਗਾ ਕਿ 50,000 ਏਕੜ ਜ਼ਮੀਨ ਚੰਡੀਗੜ੍ਹ ਦੇ ਆਲੇ ਦੁਆਲੇ ਮੋਹਾਲੀ ਜ਼ਿਲ੍ਹੇ ਦੀ ਪਈ ਹੈ, ਔਰ ਰਸੂਖ ਬਾਨਾਂ ਦੇ ਅਫਸਰਾਂ ਨੇ ਉਹਦੇ 'ਤੇ ਕਬਜ਼ਾ ਕੀਤਾ ਹੋਇਆ ਹੈ, ਉਹੀ ਛਡਾ ਲਓ ਤਾਂ ਵਧੀਆ ਗੱਲ ਹੈ। ਫਿਰ ਉੱਥੇ ਨਾਲ ਉਹਨਾਂ ਨੇ ਗੱਲ ਕੀਤੀ ਸੀ ਕਿ ਜਿਹੜਾ ਵਿਜੇ ਸਿੰਗਲਾ ਦਾ ਸਟਿੰਗ ਹੈ,
ਜਿਹਦੇ ਵਿੱਚ ਕਿਹਾ ਸੀ ਸਰਦਾਰ ਭਗਵੰਤ ਸਿੰਘ ਮਾਨ ਨੇ, ਉਹਨਾਂ ਨੇ ਜਦੋਂ ਵੀਡੀਓ ਪਾਈ ਹੈ, ਆਪਦੀ ਵੀਡੀਓ ਬਣਾਈ ਹੈ ਤੇ ਉਹ ਪਾਈ ਹੈ, ਉਹਦੇ ਵਿੱਚ ਉਹਨਾਂ ਨੇ ਐਡਰੈਸ ਕੀਤਾ ਸੀ ਲੋਕਾਂ ਨੂੰ, ਕਿਹਾ ਸੀ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਇਹਨਾਂ ਦਾ ਜਿਹੜਾ ਜੋ ਇਹਨਾਂ ਦੀ ਰਿਕਾਰਡਿੰਗ ਹੋਈ ਸੀ ਆਡੀਓ ਦੀ, ਉਹ ਮੈਂ ਆਪ ਸੁਣੀ ਹੈ। ਫਿਰ ਉਹ ਕਹਿੰਦੇ ਮੈਂ ਵਿਜੇ ਸਿੰਗਲਾ ਨੂੰ ਬੁਲਾਇਆ, ਵਿਜੇ ਸਿੰਗਲਾ ਨੂੰ ਬੁਲਾ ਕੇ ਤੇ ਉਹਨੂੰ ਆਡੀਓ ਸੁਣਾਈ, ਉਹਨੂੰ ਪੁੱਛਿਆ ਕਿ ਦੱਸ ਇਹ ਆਵਾਜ਼ ਤੇਰੀ ਹੈ ਕਿ ਨਹੀਂ ਹੈ। ਤੇ ਜਦੋਂ ਉਹਨੇ ਮੰਨ ਲਿਆ ਕਿ ਇਹ ਆਵਾਜ਼ ਮੇਰੀ ਹੈ ਤੇ ਮੈਂ ਉਹਨੂੰ ਮੰਤਰੀ ਮੰਡਲ ਚੋਂ ਬਰਖਾਸਤ ਕਰਨ ਦਾ ਫੈਸਲਾ ਲੈ ਲਿਆ। ਇਹਦੇ ਨਾਲ ਹੀ ਉਹਨਾਂ ਨੇ ਉਹਦੇ ਖਿਲਾਫ ਕੇਸ ਰਜਿਸਟਰ ਕਰਨ ਦਾ ਹੁਕਮ ਵੀ ਦਿੱਤਾ ਸੀ। ਪੁਲਿਸ ਵੀ ਮੌਕੇ ਤੇ ਬੁਲਾ ਲਈ ਸੀ ਤੇ ਪੁਲਿਸ ਫੜ ਕੇ ਉਹਨੂੰ ਲੈ ਗਈ ਸੀ। ਇਸ ਵੇਲੇ ਵਿਜੇ ਸਿੰਗਲਾ ਜਿਹੜਾ ਹੈਗਾ, ਉਹ ਜਿਹੜਾ ਸਾਬਕਾ ਮੰਤਰੀ ਹੋ ਚੁੱਕਿਆ ਹੈ ਹੁਣ, ਉਹ ਰਿਮਾਂਡ ਤੇ ਚੱਲ ਰਿਹਾ ਤੇ ਉਹਦਾ ਭਾਣਜਾ ਵੀ ਨਾਲ ਰਿਮਾਂਡ ਤੇ ਚੱਲ ਰਿਹਾ। ਇਹ ਫਿਰ ਉਹਨਾਂ ਨੇ ਗੱਲ ਕੱਲ੍ਹ ਜਿਹੜੀ ਕਹੀ ਕਿ ਇਹਦਾ ਜਿਹੜਾ ਸਟਿੰਗ ਹੈ, ਕਿਉਂਕਿ FIR ਦੇ ਵਿੱਚ ਇਹ ਲਿਖੀ ਹੋਈ ਹੈ ਗੱਲ, ਜਿਹੜਾ ਰਜਿੰਦਰ ਸਿੰਘ ਜੀ ਨੇ FIR ਦਰਜ ਕਰਵਾਈ ਹੈ, ਉਹਨੇ ਕਿਹਾ ਕਿ ਮੇਰੇ ਕਬਜ਼ੇ ਦੇ ਵਿੱਚ ਹੈ ਤੇ ਜੇ ਲੋੜ ਪਈ ਤਾਂ ਮੈਂ ਉਹ ਪੇਸ਼ ਵੀ ਕਰ ਸਕਦਾ ਅਦਾਲਤ ਦੇ ਸਾਹਮਣੇ। ਉਹ ਕਹਿੰਦੇ ਵੀ ਉਹਨੂੰ ਹੁਣੇ ਜਨਤਕ ਕਰ ਦਿੱਤਾ ਜਾਵੇ। ਇਹ ਕਿਉਂ ਕਹਿੰਦੇ ਹੈ? ਉਹਨਾਂ ਨੇ ਦਲੀਲ ਇਹ ਦਿੱਤੀ ਹੈ ਕਿ ਬਹੁਤ ਨਾਮਵਰ ਆਗੂ ਪੰਜਾਬ ਦੇ ਸਰਦਾਰ ਸੁੱਚਾ ਸਿੰਘ ਛੋਟੇਪੁਰ ਆਮ ਆਦਮੀ ਪਾਰਟੀ ਦੇ ਸਟੇਟ ਪ੍ਰੈਜ਼ੀਡੈਂਟ ਹੁੰਦੇ ਸੀ। ਬਿਲਕੁਲ ਜੀ। ਇੱਕ ਸਟਿੰਗ ਕਹਿੰਦੇ ਉਹਨਾਂ ਦਾ ਕਰਨ ਦਾ ਵੀ ਦਾਅਵਾ ਕੀਤਾ ਗਿਆ ਸੀ ਕਿ ਸੁੱਚਾ ਸਿੰਘ ਛੋਟੇਪੁਰ ਦਾ ਸਟਿੰਗ ਕੀਤਾ ਹੈ ਔਰ ਉਹ ਟਿਕਟ ਦੇਣ ਦੇ ਬਦਲੇ ਉਹਨਾਂ ਨੇ ਕਿਸੇ ਤੋਂ 2 ਲੱਖ ਰੁਪਏ ਦੀ ਰਿਸ਼ਵਤ ਲਈ ਹੈ। ਅੱਜ ਤੱਕ ਉਹ ਸਟਿੰਗ ਜਿਹੜਾ ਹੈਗਾ ਲੋਕਾਂ ਦੇ ਸਾਹਮਣੇ ਨਹੀਂ ਆਇਆ, ਉਹ ਜਨਤਕ ਨਹੀਂ ਹੋਇਆ ਤੇ ਉਹਨਾਂ ਦਾ ਕੈਰੀਅਰ ਬਰਬਾਦ ਹੋ ਗਿਆ, ਪੋਲੀਟੀਕਲ ਕੈਰੀਅਰ ਸੁੱਚਾ ਸਿੰਘ ਛੋਟੇਪੁਰ ਦਾ ਬਰਬਾਦ ਹੋ ਗਿਆ। ਜਦੋਂ ਕਿਸੇ ਬੰਦੇ ਦੇ ਉੱਤੇ ਇਲਜ਼ਾਮ ਇਸ ਕਿਸਮ ਦਾ ਲੱਗ ਜੇ ਤੇ ਉਹ ਵੀ ਉਹਨਾਂ ਦੀ ਆਪਦੀ ਪਾਰਟੀ ਲਾਵੇ। ਸੋ ਹੁਣ ਉਹ ਕਹਿੰਦੇ ਆ ਕਿ ਜੀ ਘੱਟੋ ਘੱਟ ਜਿਹੜਾ ਉਹ ਸਟਿੰਗ ਹੈ ਜਿਹੜਾ ਉਹਨੂੰ ਤੁਸੀਂ ਜੱਗ ਜ਼ਾਹਰ ਕਰੋ। ਕੱਲ੍ਹ ਨੂੰ ਫੇਰ ਇਹ ਗੱਲ ਆ ਜੇ ਜੀ ਉਹ ਤਾਂ ਬੇਗੁਨਾਹ ਸੀ। ਉਹ ਕਹਿੰਦੇ ਕਿਤੇ ਇਹ ਤਾਂ ਨਹੀਂ ਕਿ ਆ ਸੰਗਰੂਰ ਦੀ ਪਾਰਲੀਮਾਨੀ ਚੋਣ ਆ ਗਈ, ਜ਼ਿਮਨੀ ਚੋਣ ਆ ਗਈ, ਜਾਂ ਅੱਗੇ ਗੁਜਰਾਤ ਔਰ ਹਿਮਾਚਲ ਵਿਧਾਨ ਸਭਾ ਦੀਆਂ ਚੋਣਾਂ ਆ ਗਈਆਂ। ਉਹਨਾਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਜਿਹੜੀ ਈਵੈਂਟ ਮੈਨੇਜਮੈਂਟ ਹੁੰਦੀ ਹੈ ਕਿਤੇ ਉਹ ਤਾਂ ਨਹੀਂ ਕਰਦੀ। ਜੇ ਸੱਚਮੁੱਚ ਉਹਨਾਂ ਦੇ ਕੋਲ ਸਟਿੰਗ ਹੈਗਾ ਤਾਂ ਉਹ ਜਨਤਕ ਕੀਤਾ ਜਾਵੇ। ਕੱਲ੍ਹ ਉਹਨਾਂ ਨੇ ਇਹ ਗੱਲ ਬੜੇ ਜ਼ੋਰ ਸ਼ੋਰ ਨਾਲ ਕਹੀ ਹੈ। ਜੀ। ਇਸੇ ਦੌਰਾਨ ਵਿਜੇ ਸਿੰਗਲਾ ਨੂੰ ਲੈ ਕੇ ਇੱਕ ਸਵਾਲ ਆਮ ਲੋਕਾਂ 'ਚ ਬੜਾ ਆ ਰਿਹਾ ਜੀ ਕਿ ਕੀ ਹੁਣ ਮਾਨਸਾ ਦੇ ਵਿੱਚ ਵੀ ਜਿਹੜੀ ਹੈ ਜ਼ਿਮਨੀ ਚੋਣ ਵੀ ਹੋ ਸਕਦੀ, ਕਿ ਉਹਨਾਂ ਦੀ ਵਿਧਾਇਕੀ ਵੀ ਖੁੱਸ ਸਕਦੀ ਹੈ? ਨਹੀਂ ਖੁੱਸ ਸਕਦੀ। ਉਹ ਇਸ ਕਰਕੇ ਕਿਉਂਕਿ ਉਹਨਾਂ ਦੇ ਖਿਲਾਫ ਇਲਜ਼ਾਮ ਹੈ। ਅੱਛਾ ਜੀ। ਅਜੇ ਤੱਕ ਉਹਨਾਂ ਨੂੰ ਕਨਵਿਕਸ਼ਨ ਨਹੀਂ ਹੋਈ। ਨਿਯਮ ਇਹ ਹੈ ਕਿ ਜੇ ਕਿਸੇ ਬੰਦੇ ਨੂੰ ਕੈਦ ਹੋ ਜੇ ਤੇ ਕੈਦ ਵੀ ਘੱਟੋ ਘੱਟ 2 ਸਾਲ ਦੀ ਹੋਣੀ ਚਾਹੀਦੀ ਹੈ। ਫਿਰ ਉਸ ਬੰਦੇ ਦੀ ਮੈਂਬਰੀ ਖਤਮ ਹੁੰਦੀ ਹੈ। ਇਕੱਲੀ ਮੈਂਬਰੀ ਨਹੀਂ ਖਤਮ ਹੁੰਦੀ, ਫਿਰ ਉਹ ਅਗਲੇ 6 ਸਾਲ ਤਾਂ ਪੱਕਾ ਹੀ ਹੈ ਜੀ। 6 ਸਾਲ ਪੱਕੇ ਤੇ ਜਿੰਨੀ ਉਹਨੂੰ ਕੈਦ ਹੋ ਜੇ, ਮਿਸਾਲ ਦੇ ਤੌਰ ਤੇ 2 ਸਾਲ ਦੀ ਕੈਦ ਹੋ ਗਈ, 6 ਸਾਲ ਅੱਗੇ ਉਹ ਬੰਦਾ 8 ਸਾਲ ਚੋਣ ਨਹੀਂ ਲੜ ਸਕਦਾ। ਪ੍ਰਬੰਧ ਇਹ ਕੀਤਾ ਹੋਇਆ ਹੈ। ਇਹ ਹੈ ਕਿ ਮਾਨਸਾ ਦੀ ਜ਼ਿਮਨੀ ਚੋਣ ਨਹੀਂ ਹੋ ਸਕਦੀ। ਸਗੋਂ ਮੇਰੀ ਜਿੱਥੋਂ ਤੱਕ ਸਮਝ ਹੈ ਉਹ ਜ਼ਿਮਨੀ ਚੋਣ ਹੋ ਸਕਦੀ ਹੈ ਤੁਹਾਡੀ ਦਿਹਾਤੀ ਪਟਿਆਲਾ ਦੀ, ਕਿਉਂਕਿ ਦਿਹਾਤੀ ਪਟਿਆਲਾ ਤੋਂ ਡਾਕਟਰ ਬਲਬੀਰ ਸਿੰਘ ਨੂੰ ਤੇ ਉਹਦੀ ਵਾਈਫ ਨੂੰ ਤੇ ਉਹਨਾਂ ਦੇ ਬੇਟੇ ਨੂੰ ਤੇ ਇੱਕ ਉਹਨਾਂ ਦੇ ਬਟਾਵੇ ਨੂੰ, ਉਹਨਾਂ 4 ਬੰਦਿਆਂ ਨੂੰ 3-3 ਸਾਲ ਦੀ ਕੈਦ ਹੋਈ ਹੈ। ਬੇਸ਼ੱਕ ਸਥਾਨਕ ਕੋਰਟ ਨੇ ਜਿਹਨੇ ਕੈਦ ਕੀਤੀ ਹੈ ਉਹਨੇ ਉਹਨਾਂ ਨੂੰ ਜਾਤੀ ਮਚਲ ਕੇ ਤੇ ਰਿਹਾ ਵੀ ਕਰਤਾ ਸੀ ਔਰ ਉਹਨਾਂ ਨੂੰ ਮੌਕਾ ਦੇ ਦਿੱਤਾ ਕਿ ਉਹ ਆਪਣੀ ਜ਼ਮਾਨਤ ਕਰਵਾ ਲੈਣ, ਅਪੀਲ ਦਾਇਰ ਕਰ ਲੈਣ, ਲੇਕਿਨ ਸਜ਼ਾ ਉਹਨਾਂ ਨੂੰ 3 ਸਾਲ ਦੀ ਹੋ ਗਈ ਹੈ। ਇੱਥੇ ਮੈਂ ਤੁਹਾਡੇ ਯਾਦ ਕਰਾਉਣਾ ਕਿ ਜਿਹੜੇ ਨਵਜੋਤ ਸਿੰਘ ਸਿੱਧੂ ਹੈ, ਜਿਸ ਕੇਸ ਦੇ ਵਿੱਚ ਅੱਜ ਕੱਲ੍ਹ ਉਹਨਾਂ ਨੂੰ ਕੈਦ ਹੋਈ ਹੈ 1 ਸਾਲ ਦੀ, ਅਸਲ ਦੇ ਵਿੱਚ ਇਹਨਾਂ ਦੇ ਖਿਲਾਫ ਜਿਹੜਾ ਕੇਸ ਬਣਿਆ ਸੀ ਉਸ ਕੇਸ ਦੇ ਵਿੱਚੋਂ ਪਟਿਆਲਾ ਦੀ ਸੈਸ਼ਨ ਕੋਰਟ ਨੇ ਇਹਨਾਂ ਨੂੰ ਬਰੀ ਕਰਤਾ ਸੀ। ਨਵਜੋਤ ਸਿੰਘ ਸਿੱਧੂ ਨੂੰ ਜਿਹੜੀ ਲੋਅਰ ਕੋਰਟ ਨੇ, ਜਿਹੜੀ ਲੋਅਰ ਕੋਰਟ ਜਿੱਥੇ ਕੰਪੀਟੈਂਟ ਕੋਰਟ ਸੀ, ਜਿਹੜੀ ਜਿੱਥੇ ਟਰਾਇਲ ਚੱਲੀ ਸੀ, ਉਹਨੇ ਟਰਾਇਲ ਦੇ ਵਿੱਚ ਉਹਨਾਂ ਨੂੰ ਬਰੀ ਕਰਤਾ ਸੀ। ਉਹ ਤੋਂ ਬਾਅਦ ਫਿਰ ਜਿਹੜੀ ਹੈ ਕਿ ਪੰਜਾਬ ਸਰਕਾਰ ਨੇ ਅਪੀਲ ਦਾਇਰ ਕਰਤੀ ਸੀ। ਉਸ ਅਪੀਲ ਦੇ ਆਧਾਰ ਦੇ ਉੱਤੇ 3 ਸਾਲ ਦੀ ਕੈਦ ਕਰਤੀ ਸੀ ਹਾਈ ਕੋਰਟ ਨੇ। ਜਦੋਂ ਹਾਈ ਕੋਰਟ ਨੇ ਕੈਦ ਕਰਤੀ ਸੀ ਤਾਂ ਹਾਈ ਕੋਰਟ ਦੀ ਕੈਦ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਅਸਤੀਫਾ ਦੇਣਾ ਪੈ ਗਿਆ ਸੀ, ਲਾਂਭੇ ਹੋਣਾ ਪੈ ਗਿਆ ਸੀ, ਜਾਂ ਉਹਨੂੰ ਹਟਾਤਾ ਸੀ, ਉਹ ਅਨਸੀਟਡ ਹੋ ਗਏ ਸੀ। ਬਿਲਕੁਲ ਜੀ। ਕਾਰਨ ਇਹ ਸੀ ਉਹਨਾਂ ਨੂੰ ਸਜ਼ਾ ਹੋਈ ਸੀ 3 ਸਾਲ ਦੀ ਜੀ। ਤੇ 2006 ਦੇ ਵਿੱਚ ਉਹ ਲਾਂਭੇ ਹੋ ਗਏ, ਸੀਟ ਉਹਨਾਂ ਦੀ ਖਾਲੀ ਹੋ ਗਈ। 2007 ਦੇ ਵਿੱਚ ਫਿਰ ਉਹ ਜ਼ਿਮਨੀ ਚੋਣ ਆ ਗਈ। ਬਿਲਕੁਲ। ਪਰ ਉਹ ਜ਼ਿਮਨੀ ਚੋਣ ਲੜਨ ਵਾਸਤੇ ਉਹਨਾਂ ਨੂੰ ਸੁਪਰੀਮ ਕੋਰਟ 'ਚੋਂ ਪ੍ਰਵਾਨਗੀ ਲੈਣੀ ਪਈ ਸੀ। ਠੀਕ ਹੈ ਜੀ। ਜੇ ਆਪਾਂ ਇਹ ਕਹੀਏ ਫੈਸਲਾ ਹੋ ਰਿਹਾ ਹੈ, ਜੇ ਇਹਦੀ ਗੱਲ ਕਰਦੇ ਹਾਂ ਆਪਾਂ ਵਿਜੇ ਸਿੰਗਲਾ ਵਾਲੀ, ਜੇ ਵਿਜੇ ਸਿੰਗਲਾ ਨੂੰ ਮੰਨ ਲਓ ਧੱਕੇ ਨਾਲ ਹਟਾ ਵੀ ਦਿੰਦੇ ਹੈ, ਵਿਧਾਨ ਸਭਾ ਦੇ ਵਿੱਚੋਂ ਇੱਕ ਰੈਜੂਲੇਸ਼ਨ ਲੈ ਕੇ ਉਹਨੂੰ ਡਿਸਮਿਸ ਕਰ ਦਿੰਦੇ ਹੈ। ਇੱਕ ਵਾਰੀ ਇੰਦਰਾ ਗਾਂਧੀ ਨੂੰ ਵੀ ਡਿਸਮਿਸ ਕੀਤਾ ਸੀ ਪਾਰਲੀਮੈਂਟ ਦੇ ਵਿੱਚੋਂ। ਅੱਛਾ ਜੀ। ਔਰ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕੀਤਾ ਸੀ। ਅੱਛਾ ਜੀ। 2007 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਆਪੋਜੀਸ਼ਨ 'ਚ ਆ ਗਏ ਸੀ, MLA ਬਣ ਗਏ ਸੀ ਪਟਿਆਲੇ 'ਚੋਂ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣ ਗਏ ਸੀ, ਉਦੋਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ 2 ਮੁਕੱਦਮੇ ਦਰਜ ਹੋਏ ਸੀ। ਇੱਕ ਮੁਕੱਦਮਾ ਹੋਇਆ ਸੀ ਸਿਟੀ ਸੈਂਟਰ ਲੁਧਿਆਣਾ ਵਾਲਾ, ਦੂਜਾ ਮੁਕੱਦਮਾ ਦਰਜ ਹੋਇਆ ਸੀ ਉਹਨਾਂ ਦੇ ਖਿਲਾਫ
ਇੰਪਰੂਵਮੈਂਟ ਟਰਸਟ ਘੁਟਾਲਾ ਅੰਮ੍ਰਿਤਸਰ ਦਾ, ਉਹਨਾਂ ਠੀਕ ਹੈ ਜੀ। ਦੋਨਾਂ ਕੇਸਾਂ ਨੂੰ ਆਧਾਰ ਬਣਾ ਕੇ ਉਹਨਾਂ ਨੂੰ ਆਪਣਾ ਵਿਧਾਨ ਸਭਾ ਦੀ ਮੈਂਬਰੀ ਉਹਨਾਂ ਤੋਂ ਖੋਹ ਲਈ ਸੀ, ਉਹਨਾਂ ਨੂੰ ਖਤਮ ਕਰਤਾ ਸੀ, ਡਿਸਮਿਸ ਕਰਤੀ ਸੀ ਉਹਨਾਂ ਦੀ ਜਿਹੜੀ ਉਹ ਸੀਟ ਹੈ। ਨਤੀਜਾ ਕੀ ਹੋਇਆ, ਕੈਪਟਨ ਅਮਰਿੰਦਰ ਸਿੰਘ ਸੁਪਰੀਮ ਕੋਰਟ ਚਲੇ ਗਏ ਔਰ ਫਿਰ ਸੁਪਰੀਮ ਕੋਰਟ ਦਾ ਫੈਸਲਾ ਇਹ ਆ ਗਿਆ ਸੀ ਕਿ ਜਦੋਂ ਕਿਸੇ ਬੰਦੇ ਨੂੰ ਕਨਵਿਕਟ ਨਹੀਂ ਹੁੰਦੀ, ਕਿਸੇ ਕੇਸ ਦੇ ਵਿੱਚ ਕਨਵਿਕਸ਼ਨ ਨਹੀਂ ਹੁੰਦੀ, ਜੀ। ਉਹਨੂੰ ਨਹੀਂ ਹਟਾਇਆ ਜਾ ਸਕਦਾ ਤੇ ਉਹ ਬਹਾਲ ਹੋ ਗਏ ਸੀ। ਇਸ ਲਈ ਇਹ ਦੋਨਾਂ ਕੇਸਾਂ ਨੂੰ ਆਪਾਂ ਮੱਦੇ ਨਜ਼ਰ ਰੱਖਦੇ ਹੋਏ ਕਹਿ ਸਕਦੇ ਹਾਂ ਕਿ ਵਿਜੇਂਦਰ ਸਿੰਗਲਾ ਦੀ ਚੋਣ ਜਿਹੜੀ ਹੈ ਕੋਈ ਲੋੜ ਨਹੀਂ, MLA-ਸ਼ਿਪ ਉਹਨਾਂ ਦੀ ਰਹੂਗੀ। ਠੀਕ ਹੈ। ਹਾਂ, ਜਿਹੜੀ ਹੈਗੀ ਹੈ ਡਾਕਟਰ ਬਲਵੀਰ ਸਿੰਘ ਵਾਲੀ ਪਟਿਆਲੇ ਵਾਲੀ ਜਿਮਨੀ ਚੋਣ ਉਹ ਹੋ ਸਕਦੀ ਹੈ। ਜੀ। ਤੇ ਆਖਰੀ ਖਬਰ ਜਿਹੜੀ ਆਪਾਂ ਲੈਣੀ ਹੈ ਜੀ, ਇਹ ਦੇਖਣ ਨੂੰ ਤਾਂ ਬੜੀ ਪੋਜ਼ਿਟਿਵ ਖਬਰ ਲੱਗ ਰਹੀ ਹੈ ਜੀ, ਖਾਸ ਕਰਕੇ ਪੰਜਾਬ ਦੀ ਆਰਥਿਕਤਾ ਦੇ ਲਿਹਾਜ਼ ਤੋਂ, ਕਿ ਪੰਜਾਬ ਦੀਆਂ ਹੁਣ ਸਰਕਾਰੀ ਬੱਸਾਂ ਦਿੱਲੀ ਦੇ ਹਵਾਈ ਅੱਡਿਆਂ ਤੱਕ ਜਾਣਗੀਆਂ ਜੀ। ਕਿਵੇਂ ਦੇਖਦੇ ਹੋ ਇਸ ਖਬਰ ਨੂੰ? ਬਿਲਕੁਲ ਜੀ, ਇਹਦੇ ਬਾਰੇ ਜਿਹੜੇ ਟਰਾਂਸਪੋਰਟ ਦੇ ਅਧਿਕਾਰੀ ਹੈ ਉਹਨਾਂ ਦਾ ਬਕਾਇਦਾ ਬਿਆਨ ਵੀ ਆ ਗਿਆ ਤੇ ਉਹਨਾਂ ਨੇ ਹੇਠਲੇ ਪਾਸੇ ਹਦਾਇਤਾਂ ਵੀ ਕਰਤੀਆਂ ਬੱਸ ਅੱਡਿਆਂ ਦੇ ਜਿਹੜੇ ਜ਼ਿਲ੍ਹਿਆਂ ਦੇ ਡੀਪੂ ਹੈ ਉਹਨਾਂ ਨੂੰ ਕਹਿ ਦਿੱਤਾ ਕਿ ਲਿਆਓ ਭਾਈ ਤੁਸੀਂ ਆਪਣੀਆਂ ਬੱਸਾਂ ਜਿਹੜੀਆਂ ਤੁਹਾਡੇ ਕੋਲੇ ਖੜੀਆਂ ਹੈ ਬਾਲਵੋ ਬੱਸਾਂ, ਉਹਨਾਂ ਨੂੰ ਚਾਲੂ ਕਰੋ ਜੀ। ਕਿਉਂਕਿ ਜ਼ਿਆਦਾਤਰ ਬਾਲਵੋ ਬੱਸਾਂ ਜਿਹੜੀਆਂ ਹੈਗੀਆਂ ਉਹ ਨਾ ਚੱਲਣ ਕਰਕੇ ਇੱਕ ਕਿਸਮ ਦੀਆਂ ਔਨ ਰੋਡ ਹੈ ਨਹੀਂ ਗੀਆਂ। ਔਨ ਰੋਡ ਕਰਨ ਵਾਸਤੇ ਉਹਨਾਂ ਦੀ ਜਿਹੜੀ ਹੈ ਸਰਵਿਸ ਵਗੈਰਾ ਵੀ ਕਰਾਉਣੀ ਪੈਣੀ ਹੈ। ਬਿਲਕੁਲ। ਫਿਰ ਉਹ ਸੜਕ ਦੇ ਉੱਤੇ ਠੀਕ ਤਰੀਕੇ ਨਾਲ ਚੱਲਦੀਆਂ, ਕਿਉਂਕਿ NRIs ਨੂੰ ਜਾਂ ਜਿਹੜੇ ਵਿਦੇਸ਼ਾਂ 'ਚੋਂ ਲੋਕ ਆਉਂਦੇ ਉਹਨਾਂ ਨੂੰ ਲੈ ਕੇ ਆਉਣੇ, ਉਹਦੇ ਬਾਰੇ ਉਹਨਾਂ ਨੇ ਹਦਾਇਤਾਂ ਕਰ ਦਿੱਤੀਆਂ। ਜੋ ਸਰਕਾਰੀ ਸਟੇਟਮੈਂਟ ਆਈ ਹੈ ਉਸ ਸਟੇਟਮੈਂਟ ਦੇ ਮੁਤਾਬਕ ਇਹ ਜਿਹੜੀਆਂ ਬੱਸਾਂ ਹੈਗੀਆਂ ਜੀ, ਇਹ ਕਹਿੰਦੇ ਵੀ ਸਾਰੇ ਡੀਪੂਆਂ ਤੋਂ ਚੱਲਣਗੀਆਂ, ਪਰ ਪਹਿਲੇ ਪੜਾਅ ਦੇ ਵਿੱਚ ਚੰਡੀਗੜ੍ਹ, ਰੋਪੜ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਅੰਮ੍ਰਿਤਸਰ, ਪਠਾਨਕੋਟ, ਮੁਕਤਸਰ, ਮੋਗਾ ਤੇ ਨਵਾਂਸ਼ਹਿਰ ਜ਼ਿਲ੍ਹਿਆਂ ਤੋਂ ਚੱਲਣਗੇ ਜਿਹੜੇ ਇੱਥੋਂ ਦੇ ਡਿਪੂ ਹੈ। ਅੱਗੇ ਜਾ ਕੇ ਫਿਰ ਕਰ ਲੈਣਗੇ। ਇੱਕ ਇਹਦੇ ਵਿੱਚ ਵੱਡੀ ਗੱਲ ਇਹ ਹੈ ਕਿ ਉਹ ਕਹਿੰਦੇ ਵੀ ਕਿਰਾਇਆ ਨਾਰਮਲ ਹੋਊਗਾ ਜਿਵੇਂ ਕਿ ਆਮ ਬੱਸਾਂ ਦਾ ਹੁੰਦਾ। ਅੱਛਾ ਜੀ। ਜਿਹੜੀਆਂ ਹੁਣ ਇਹ ਪੁਰਾਣੀਆਂ ਪ੍ਰਾਈਵੇਟ ਬੱਸਾਂ ਚੱਲਦੀਆਂ ਸੀ ਬਾਦਲ ਵਾਲਿਆਂ ਦੀਆਂ, ਇਹ ਤਾਂ ਬਹੁਤ ਮੋਟਾ ਕਿਰਾਇਆ ਲੈਂਦੇ ਸੀ। ਬਿਲਕੁਲ ਜੀ। ਔਰ ਸਰਕਾਰੀ ਬੱਸਾਂ ਨੂੰ ਉੱਥੇ ਉਦੋਂ ਜਾਣ ਨਹੀਂ ਦਿੱਤਾ ਜਾਂਦਾ ਸੀ, ਇਹ ਹੋਊਗਾ। ਦੂਜੀ ਹੈ, ਉਹਨਾਂ ਨੇ ਇਹ ਵੀ ਹਦਾਇਤਾਂ ਕੀਤੀਆਂ ਕਿ ਇਹਨਾਂ ਬੱਸਾਂ ਦਾ ਟਾਈਮ ਟੇਬਲ ਜਿਹੜਾ ਹੈਗਾ, ਤੁਸੀਂ ਏਅਰਲਾਈਨਸ ਜਿਹੜੀਆਂ ਹੈਗੀਆਂ ਹਵਾਈ ਜਿਹੜੀਆਂ ਉਡਾਣਾਂ ਆਉਣਗੀਆਂ, ਉਡਾਣਾਂ ਦੇ ਨਾਲ ਮੇਲ ਕੇ ਹੀ ਇਹਨਾਂ ਦਾ ਟਾਈਮ ਟੇਬਲ ਬਣਾਇਆ ਜਾਵੇ, ਉਸ ਟਾਈਮ ਟੇਬਲ ਦੇ ਨਾਲ, ਤਾਂ ਕਿ ਤੁਹਾਨੂੰ ਵੀ ਜ਼ਿਆਦਾ ਸਮਾਂ ਖੜਨਾ ਪਵੇ ਤੇ ਜਿਹੜੇ ਮੁਸਾਫਰ ਬਾਹਰੋਂ ਆਉਣੇ ਉਹਨਾਂ ਨੂੰ ਜ਼ਿਆਦਾ ਨਾ ਉਡੀਕਣਾ ਪਵੇ। ਬਿਲਕੁਲ। ਇਹ ਬੱਸ ਲੱਗੇ, ਅਗਲੇ ਆਪਣਾ ਸਮਾਨ ਚੁੱਕਣ ਤੇ ਬੱਸਾਂ 'ਚ ਬੈਠ ਜਾਣ ਤੇ ਆਪੋ ਆਪਣੇ ਟਿਕਾਣੇ ਵੱਲ ਨੂੰ ਆ ਜਾਣ। ਮੇਰੇ ਖਿਆਲ ਮੁਤਾਬਕ ਇਹ ਬਹੁਤ ਵਧੀਆ ਗੱਲ ਹੈ, ਕਿਉਂਕਿ ਇਹਦੇ ਨਾਲ ਇੱਕ ਪਾਸੇ ਜਿੱਥੇ ਪੰਜਾਬ ਦੀ ਆਰਥਿਕਤਾ ਦੇ ਵਿੱਚ ਥੋੜ੍ਹਾ ਜਿਹਾ ਹੁਲਾਰਾ ਆਊਗਾ, ਉੱਥੇ ਨਾਲ ਦੀ ਨਾਲ NRI ਭਰਾਵਾਂ ਭੈਣਾਂ ਦੀ ਜਿਹੜੀ ਲੁੱਟ ਹੁੰਦੀ ਸੀ ਉਹ ਲੁੱਟ ਵੀ ਖਤਮ ਹੋ ਗਈ। ਬਿਲਕੁਲ ਜੀ। ਕਿਉਂਕਿ ਬਹੁਤੇ ਵਾਰੀ ਜਿਹੜੇ ਪ੍ਰਾਈਵੇਟ ਆਪਰੇਟਰ ਆਏ ਉਹ ਤਾਂ ਦੇਖਦੇ ਸੀ ਜੇ ਇੱਕ ਥਾਂ ਤੱਕ ਲੁਧਿਆਣੇ ਤੱਕ ਆ ਗਏ ਤੇ ਉਹਨਾਂ ਕੋਲ ਅੰਮ੍ਰਿਤਸਰ ਦਾ ਕੋਈ ਸਵਾਰੀ ਹੈ ਨਹੀਂ, ਉੱਥੇ ਹੀ ਰੋਕ ਦਿੰਦੇ ਸੀ, ਲੋਕ ਖੱਜਲ ਖੁਆਰ ਹੁੰਦੇ ਸੀ। ਹੁਣ ਘੱਟੋ ਘੱਟ ਸਰਕਾਰੀ ਬੱਸਾਂ ਜਿਹੜੀਆਂ ਹੈਗੀਆਂ ਆਪਣੇ ਮੁਕਾਮ ਤੱਕ ਤਾਂ ਲੋਕਾਂ ਨੂੰ ਪਹੁੰਚਾਉਣਗੀਆਂ, ਇਹ ਆਪਦੀ ਥਾਂ 'ਤੇ। ਪਰ ਨਾਲ ਹੁਣ ਅਗਲੀ ਗੱਲ ਦੇਖਣ ਵਾਲੀ ਇਹ ਵੀ ਹੈ ਕਿ ਹੁਣ ਕਿਉਂਕਿ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਦਿੱਲੀ 'ਚ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲਾਂ ਤੋਂ ਹੀ ਹੈ, ਜਿਹੜੀ ਹੁਣ ਪ੍ਰਵਾਨਗੀ ਦਿੱਤੀ ਹੈ ਇਹ ਪਹਿਲਾਂ ਪ੍ਰਵਾਨਗੀ ਕਿਉਂ ਨਹੀਂ ਦਿੱਤੀ? ਇੰਨਾ ਹੀ ਜਿਹੜਾ ਘਾਟਾ ਪਿਆ ਪੰਜਾਬ ਨੂੰ, ਉਹ ਵੀ ਇੱਕ ਸਵਾਲ ਬਣਦਾ ਹੈ, ਉਹ ਕੇਜਰੀਵਾਲ ਸਾਹਿਬ ਦੇ ਸਾਹਮਣੇ। ਮੈਂ ਜਸਪ੍ਰੀਤ ਤੁਹਾਡੇ ਯਾਦ ਕਰਾਉਣਾ ਚਾਹੂੰਗਾ, ਜਦੋਂ ਮਿਸਟਰ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਬਣੇ ਹੈ, ਉਹ ਕੇਜਰੀਵਾਲ ਸਾਹਿਬ ਦੇ ਘਰ ਦਿੱਲੀ ਵੀ ਗਏ ਸੀ। ਉਹਨਾਂ ਨੇ ਪਹਿਲਾਂ ਬਿਆਨ ਵੀ ਦਿੱਤੇ, ਚਿੱਠੀਆਂ ਵੀ ਲਿਖੀਆਂ, ਫਿਰ ਉਹ ਘਰ ਵੀ ਗਏ, ਕੇਜਰੀਵਾਲ ਸਾਹਿਬ ਨਹੀਂ ਮਿਲੇ। ਉਸ ਤੋਂ ਬਾਅਦ ਕੇਜਰੀਵਾਲ ਸਾਹਿਬ ਪੰਜਾਬ ਆਏ, ਸ਼ਾਇਦ ਅੰਮ੍ਰਿਤਸਰ ਸੀ, ਤੇ ਅੰਮ੍ਰਿਤਸਰ ਉਹਨਾਂ ਨੇ ਜਾ ਕੇ ਹੋਟਲ ਦੇ ਵਿੱਚ ਕਿਹਾ ਸੀ ਕਿ ਸ਼੍ਰੀਮਾਨ ਜੀ, ਪੰਜਾਬ ਦੇ ਨਾਲ ਤੁਹਾਡੀ ਦੁਸ਼ਮਣੀ ਕੀ ਹੈ? ਤੁਸੀਂ ਸਾਡੀਆਂ ਬੱਸਾਂ ਕਿਉਂ ਨਹੀਂ ਚੱਲਣ ਦਿੰਦੇ? ਇੱਕ ਪ੍ਰਾਈਵੇਟ ਘਰਾਣੇ ਦੀਆਂ ਬੱਸਾਂ ਚੱਲੀ ਜਾਂਦੀਆਂ ਜਿਨ੍ਹਾਂ ਨੂੰ ਤੁਸੀਂ ਆਪਣਾ ਵੱਡਾ ਦੁਸ਼ਮਣ ਕਹਿੰਦੇ ਹੋ, ਉਹਨਾਂ ਦੀਆਂ ਚੱਲੀ ਜਾਂਦੀਆਂ, ਸਾਨੂੰ ਇਜਾਜ਼ਤ ਕਿਉਂ ਨਹੀਂ ਦਿੰਦੇ? ਇੱਥੋਂ ਤੱਕ ਰਾਜੇ ਵੜਿੰਗ ਨੇ ਕਹਿਤਾ ਸੀ ਕਿ ਜੇ ਤੁਸੀਂ ਸਾਨੂੰ ਇਜਾਜ਼ਤ ਨਹੀਂ ਦੇਣੀ, ਨਾ ਦਿਓ, ਤੁਸੀਂ ਆਪਣੀਆਂ ਬੱਸਾਂ ਚਲਾ ਲਓ, ਔਰ ਪੰਜਾਬ ਦੇ ਵਿੱਚ ਤੁਹਾਡੀਆਂ ਬੱਸਾਂ ਨੂੰ ਆਉਣ ਦੀ ਇਜਾਜ਼ਤ ਮੈਥੋਂ ਹੁਣੇ ਹੀ ਲੈ ਲਓ, ਮੈਂ ਦੇ ਦਿੰਦਾ। ਘੱਟੋ ਘੱਟ ਸਟੇਟ ਸੈਕਟਰ ਕੋਲ ਤਾਂ ਪੈਸਾ ਜਾਵੇ, ਬਾਦਲਾਂ ਦੇ ਘਰ 'ਚ ਕਿਉਂ ਜਾਵੇ? ਪਰ ਉਦੋਂ ਨਹੀਂ ਸੀ ਉਹ ਗੱਲ ਕੀਤੀ ਤੇ ਹੁਣੇ ਕਰ ਦਿੱਤੀ ਹੈ। ਫਿਰ ਵੀ ਆਪਾਂ ਕਹਾਂਗੇ ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰੇ ਆਏ ਤੇ ਉਹਨੂੰ ਭੁੱਲਿਆ ਨਹੀਂ ਕਿਹਾ ਜਾ ਸਕਦਾ। ਬਿਲਕੁਲ ਜੀ। ਸੋ ਯਕੀਨਨ ਇੱਕ ਚੰਗੀ ਖਬਰ ਹੈ ਜੀ, ਖਾਸ ਕਰਕੇ ਪੰਜਾਬੀਆਂ ਦੇ ਲਈ ਤੇ ਪੰਜਾਬ ਦੇ NRI ਭਰਾਵਾਂ ਦੇ ਲਈ ਚੰਗੀ ਖਬਰ ਹੈ ਇਹ। ਤੋ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸ਼ਮਾਦਾਨ ਦਾ ਇਹ ਹਿੱਸਾ ਇੱਥੇ ਹੀ ਹੁੰਦਾ ਹੈ ਸਮਾਪਤ। ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ। ਤੇ ਹੁਣ ਅਸੀਂ ਲਵਾਂਗੇ ਜੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਅਗਲੇ ਹਿੱਸੇ ਦੇ ਵਿੱਚ ਵੀ ਖਬਰਾਂ ਦੇ ਉੱਤੇ ਚਰਚਾ ਇਸੇ ਪ੍ਰਕਾਰ ਰਹੇਗੀ ਜਾਰੀ। ਫਿਲਹਾਲ ਅਸੀਂ ਚੱਲਦੇ ਹਾਂ ਜੀ ਇੱਕ ਬ੍ਰੇਕ ਵੱਲ।